ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅੱਜ ਅਸੀਂ ਕ੍ਰੀਏਟਿਵ ਐਕਸਪੀਰੀਅੰਸ ਦੇ ਤਹਿਤ ਆਪਣੀ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਨਾਲ ਅੱਜ ਬਹੁਤ 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 ਸੀਨੀਅਰ ਆਰਟਿਸਟ ਸ਼੍ਰੀਮਤੀ ਮਹਿੰਦਰ ਕੌਰ ਗੁਜਰਾਲ, ਜਿਨ੍ਹਾਂ ਦਾ ਬਹੁਤ ਲੰਮਾ ਐਕਸਪੀਰੀਅੰਸ ਹੈ ਥੀਏਟਰ, ਫਿਲਮ, ਟੀਵੀ ਦੀ ਦੁਨੀਆ ਦੇ ਵਿੱਚ। ਅੱਜ ਅਸੀਂ ਉਹਨਾਂ ਦੇ ਐਕਸਪੀਰੀਅੰਸ, ਉਹਨਾਂ ਦਾ ਰੰਗਮੰਚ, ਉਹਨਾਂ ਦਾ ਸੰਘਰਸ਼, ਉਹਨਾਂ ਦੇ ਤਜਰਬੇ ਅਸੀਂ ਉਹਨਾਂ ਦੇ ਮੂੰਹੋਂ ਸੁਣਾਂਗੇ। ਔਰ ਮੇਰੇ ਲਈ ਇਹ ਦੱਸਣਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਇਹਨਾਂ ਦਾ ਜਿਹੜਾ ਸਾਰਾ ਬਿਗਨਿੰਗ ਦਾ ਐਕਸਪੀਰੀਅੰਸ ਹੈ ਉਹ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਨਾਲ ਜੁੜਿਆ। ਔਰ ਜਦੋਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਥੀਏਟਰ ਦੀ ਸ਼ੁਰੂਆਤ ਹੋਈ, ਉਦੋਂ ਹੀ ਇਹਨਾਂ ਦੀ ਥੀਏਟਰ ਦੀ ਸ਼ੁਰੂਆਤ ਹੋਈ। ਯਾਨੀ ਅਸੀਂ ਕਹਿ ਸਕਦੇ ਹਾਂ ਕਿ ਭਾਜੀ ਗੁਰਸ਼ਰਨ ਸਿੰਘ ਦੇ ਥੀਏਟਰ ਦੀ ਸਭ ਤੋਂ ਪਹਿਲੀ ਅਭਿਨੇਤਰੀ ਦੇ ਨਾਲ ਅੱਜ ਅਸੀਂ ਗੱਲਾਂ ਕਰਨ ਲੱਗੇ ਹਾਂ, ਮਹਿੰਦਰ ਕੌਰ ਗੁਜਰਾਲ ਹੋਰਾਂ ਦੇ ਨਾਲ। ਇਹਨਾਂ ਨੇ 1958 ਦੇ ਵਿੱਚ ਜਦੋਂ ਭਾਜੀ ਨੇ ਸਭ ਤੋਂ ਪਹਿਲਾ ਨਾਟਕ ਕੀਤਾ ਭਾਖੜਾ ਨੰਗਲ ਦੇ ਉੱਤੇ, ਜਦੋਂ ਨੰਗਲ ਡੈਮ ਬਣ ਰਿਹਾ ਸੀ ਤੇ ਉੱਥੇ ਭਾਜੀ ਇੰਜੀਨੀਅਰ ਸੀ ਤੇ ਭੈਣ ਜੀ ਹੋਰੀ ਉਦੋਂ ਯੰਗ ਸੀਗੇ। ਇਹਨਾਂ ਨੇ ਉਸ 1958 ਵਾਲੇ ਨਾਟਕ ਜਿਹੜਾ ਦੀਵਾ ਬੁਝ ਗਿਆ ਤੇ ਬਾਅਦ ਚ ਘੁੰਮਣ ਘੇਰੀ ਤੇ ਹੋਰ ਕਈ ਨਾਟਕਾਂ ਦੇ ਵਿੱਚ ਇਹਨਾਂ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਸਵਾਗਤ, ਤੁਹਾਨੂੰ ਜੀ ਆਇਆਂ ਨੂੰ। ਔਰ ਭੈਣ ਜੀ ਦਾ ਬੜਾ ਲੰਬਾ ਸਫ਼ਰ ਹੈ। ਫਿਰ ਇਹਨਾਂ ਨੇ ਸ਼ੀਲਾ ਭਾਟੀਆ ਜੀ ਨਾਲ ਕੰਮ ਕੀਤਾ, ਕੁਝ ਸੀਰੀਅਲ ਦੇ ਵਿੱਚ ਕੰਮ ਕੀਤਾ, ਹੁਣ ਅੱਜ ਕੱਲ੍ਹ ਇਹ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਨੇ। ਸੋ ਬਹੁਤ ਸ਼ੁਕਰੀਆ ਭੈਣ ਜੀ, ਤੁਸੀਂ ਸਾਡੇ ਨਾਲ ਜੁੜੇ ਹੋ। ਭੈਣ ਜੀ ਆਪਾਂ ਮੁੱਢੋਂ ਸੁੱਢੋਂ ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਐਕਸਪੀਰੀਅੰਸ ਸੁਣਨ ਲਈ। ਕਿ ਮੈਨੂੰ ਤੇ ਇੰਨੀ ਬੜੀ ਖੁਸ਼ੀ ਹੈ ਕਿ ਮੈਂ ਵੀ ਭੈਣ ਜੀ ਹੋਰਾਂ ਦੇ ਨਾਲ ਇੱਕ ਸੀਰੀਅਲ 'ਚ ਕੰਮ ਕੀਤਾ ਸੀਗਾ, ਦਾਸਤਾਨੇ ਪੰਜਾਬ ਜਦੋਂ ਬਣਿਆ ਤੇ ਉਹਦੇ ਵਿੱਚ ਮੈਂ ਤੇ ਭੈਣ ਜੀ ਅਸੀਂ ਇਕੱਠਿਆਂ ਨੇ, ਉਦੋਂ ਮੈਂ ਇਹਨਾਂ ਦੀ ਬਹੁਤ ਖੂਬਸੂਰਤ ਅਦਾਕਾਰੀ ਦੇਖੀ ਹੋਈ ਹੈ ਉਸ ਸੀਰੀਅਲ ਦੇ ਵਿੱਚ। ਭੈਣ ਜੀ ਤੁਹਾਨੂੰ ਜੀ ਆਇਆਂ ਕਹਿੰਦਾ ਹੋਇਆ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਐਕਸਪੀਰੀਅੰਸ ਸ਼ੁਰੂਆਤ ਕਰੋ ਕਿ ਤੁਹਾਨੂੰ ਇਹ ਲਗਨ ਕਿਸ ਤਰ੍ਹਾਂ ਲੱਗੀ ਰੰਗਮੰਚ ਦੀ, ਨਾਟਕ ਦੀ। ਤੁਸੀਂ ਗਾ ਵੀ ਬਹੁਤ ਸੋਹਣਾ ਲੈਂਦੇ ਹੋ, ਤੁਹਾਨੂੰ ਇਹ ਸਾਰੀ ਲਗਨ ਕਿਸ ਤਰ੍ਹਾਂ ਲੱਗੀ ਤੇ ਤੁਸੀਂ ਗੁਰਸ਼ਰਨ ਭਾਜੀ ਦੇ ਸੰਪਰਕ ਵਿੱਚ ਕਿੱਦਾਂ ਆਏ? ਤੇ ਅੱਛਾ ਲੱਗੇਗਾ ਕਿ ਵੀਰ ਜੀ ਬਾਰੇ ਗੱਲਾਂ ਕਰੀਏ। ਬਿਲਕੁਲ ਭੈਣ ਜੀ, ਮੈਂ ਚਾਹੁੰਦਾ ਕਿਉਂਕਿ ਤੁਸੀਂ ਗੁਰਸ਼ਰਨ ਭਾਜੀ ਦੀ ਸਭ ਤੋਂ ਪਹਿਲੇ ਨਾਟਕ ਦੀ ਹੀਰੋਇਨ ਹੋ, ਤੁਸੀਂ ਉਹਨਾਂ ਨਾਲ ਸ਼ੁਰੂਆਤੀ ਦੌਰ ਵਿੱਚ ਕੰਮ ਕੀਤਾ। ਮੈਂ ਤੁਹਾਡੇ ਕੋਲ ਐਕਸਪੀਰੀਅੰਸ ਸੁਣਨਾ ਚਾਹੁੰਦਾ ਨੰਗਲ ਦੇ ਸਾਰੇ ਜਿਹੜੇ ਭਾਜੀ ਨਾਲ ਕੰਮ ਕਰਦੇ ਆ। ਜੀ ਮੈਂ ਗੁਰਸ਼ਰਨ ਵੀਰ ਜੀ ਦੇ ਨਾਲ ਪਹਿਲੀ ਵਾਰੀ ਉਦੋਂ ਗਾਣਾ ਗਾਇਆ ਸੀ ਜਦੋਂ ਉਹਨਾਂ ਨੇ ਭਾਖੜੇ ਨੂੰ ਦੇਖਣ ਵਾਸਤੇ ਚੌਨ ਲਾਈਵ ਇੰਡੀਆ ਦੇ ਚਾਈਨਾ ਦੇ ਜਿਹੜੇ ਸੀ ਪ੍ਰਧਾਨ ਮੰਤਰੀ ਜੋ ਵੀ ਉਸ ਵਕਤ ਹੈਗੀ ਸੀ, ਚੌਨ ਲਾਈ ਤਾਂ ਕੀ ਸੀਗੇ ਮੈਨੂੰ ਯਾਦ ਨਹੀਂ ਹੁਣ ਚੰਗੀ ਤਰ੍ਹਾਂ, ਮੈਂ ਬਹੁਤ ਛੋਟੀ ਸੀ ਉਸ ਵੇਲੇ। ਮੈਂ ਸੁਰਿੰਦਰ ਔਰ ਪ੍ਰਕਾਸ਼ ਕੌਰ ਦੇ ਨਾਲ ਉਹਨਾਂ ਦੀਆਂ ਲੱਤਾਂ ਦੇ ਵਿੱਚ ਹੀ ਸੀਗੀ, ਐਨੀ ਕੁ ਸੀ ਮੈਂ, ਤੇ ਮੈਂ ਉਹਨਾਂ ਨਾਲ ਗਾਣਾ ਗਾਇਆ ਸੀ। ਫਿਰ ਗੁਰਸ਼ਰਨ ਵੀਰ ਜੀ ਦੇ ਨਾਲ ਮੈਂ ਮਤਲਬ ਜਦੋਂ ਥੀਏਟਰ ਸ਼ੁਰੂ ਕੀਤਾ ਤੇ ਮੈਂ ਸਭ ਤੋਂ ਛੋਟੀ ਸੀਗੀ ਉਹਦੇ ਗਰੁੱਪ ਦੇ ਵਿੱਚ ਤੇ ਮੈਨੂੰ ਸਾਰੇ ਗੁੱਡੀ ਕਹਿੰਦੇ ਹੁੰਦੇ ਸੀ ਤੇ ਵੀਰ ਜੀ ਮੈਨੂੰ ਅੱਜ ਤੱਕ ਗੁੱਡੀ ਕਹਿੰਦੇ ਰਹੇ ਨੇ। ਮੈਂ ਕਿਹਾ ਵੀਰ ਜੀ ਹੁਣ ਤੇ ਬੁੱਢੀ, ਕਹਿੰਦੇ ਨਹੀਂ ਮੇਰੇ ਲਈ ਗੁੱਡੀ। ਤੇ ਵੀਰ ਜੀ ਦੇ ਨਾਲ ਕੰਮ ਕਰਕੇ ਮਤਲਬ ਮੇਰੇ ਤੇ ਉਹ ਪਹਿਲੇ ਗੁਰੂ ਰਹੇ ਨੇ ਥੀਏਟਰ ਦੇ। ਮੈਂ ਬਹੁਤ ਕੁਝ ਸਿੱਖਿਆ, ਬਹੁਤ ਕੁਝ ਸਿੱਖਿਆ, ਜ਼ਿੰਦਗੀ ਜੀਣੀ ਸਿੱਖੀ ਉਹਨਾਂ ਕੋਲੋਂ। ਭੈਣ ਜੀ ਤੁਸੀਂ ਨੰਗਲ ਰਹਿੰਦਿਆਂ ਹੋਇਆ ਸਭ ਤੋਂ ਪਹਿਲਾ ਨਾਟਕ ਜਿਹੜਾ 1958 ਵਿੱਚ ਕੀਤਾ ਸੀਗਾ, ਉਹਦੇ ਬਾਰੇ ਕੋਈ ਗੱਲ ਦੱਸੋਗੇ? ਭਾਜੀ ਨਾਲ ਕਿਹੜੇ ਕਿਹੜੇ ਨਾਟਕ ਕੀਤੇ ਨੰਗਲ ਤੁਸੀਂ? ਕੇਵਲ ਮੈਂ ਸੌਰੀ ਮੇਰੀ ਯਾਦਾਸ਼ਤ ਜਿਹੜੀ ਹੋਈ ਹੈਗੀ ਆ ਕੁਝ ਹੁਣ ਏਦਾਂ ਦੀ, ਮੈਨੂੰ ਨਾਮ ਤੇ ਆਪਣੇ ਕੱਲ ਦੇ ਕੀਤੇ ਹੋਏ ਸੀਰੀਅਲ ਫਿਲਮ ਦਾ ਨਹੀਂ ਯਾਦ ਰਹਿੰਦਾ ਪਿਆ। ਤੇ ਬਹੁਤ ਸਾਰੇ ਨਾਟਕ ਕੀਤੇ ਵੀਰ ਜੀ ਦੇ ਨਾਲ, ਹਰ ਜਗ੍ਹਾ ਪਿੰਡ ਵਿੱਚ ਜਾ ਕੇ ਕੀਤੇ, ਸ਼ਹਿਰ ਵਿੱਚ ਜਾ ਕੇ ਕੀਤੇ ਹੈਗੇ ਨੇ ਔਰ ਬਹੁਤ ਗਾਇਆ ਹੈ ਉਹਨਾਂ ਦੇ ਨਾਲ। ਤੇ ਲਾਈਕ ਉਹਨਾਂ ਦਾ ਜਿਹੜਾ ਦੀਵਾ ਬੁਝ ਗਿਆ ਜਿਹੜਾ ਸੀ ਉਹਨਾਂ ਦਾ ਸਮਝ ਲਓ ਮਾਈਲਸਟੋਨ ਹੈਗਾ ਸੀਗਾ ਮੇਜਰ ਥੀਏਟਰ ਦੇ ਵਿੱਚ ਜਿਹੜਾ ਹੋਇਆ ਸੀ ਚੰਡੀਗੜ੍ਹ, ਤੇ ਉਹਦੇ ਵਿੱਚ ਮੈਨੂੰ ਬਹੁਤ ਅੱਛਾ ਰੋਲ ਮਿਲਿਆ ਸੀਗਾ। ਤੇ ਉਦੋਂ ਵੀਰ ਜੀ ਨੇ ਮੇਰੇ ਬਾਰੇ ਭਵਿੱਖਬਾਣੀ ਕੀਤੀ ਸੀਗੀ ਕਿ ਇਹ ਵੱਡੀ ਹੋ ਕੇ ਬੜੀ ਅੱਛੀ ਆਰਟਿਸਟ ਬਣੇਗੀ। ਮੈਂ ਅੱਛੀ ਆਰਟਿਸਟ ਤੇ ਪਤਾ ਨਹੀਂ ਬਣੀ ਆ ਕਿ ਨਹੀਂ, ਪਰ ਉਹਨਾਂ ਦਾ ਗੁਰਮੰਤਰ ਮੇਰੇ ਕੰਮ ਆਂਦਾ ਰਿਹਾ ਹੈਗਾ ਜੀ। ਤੁਸੀਂ ਐਕਚੁਅਲੀ ਭਾਜੀ ਨਾਲ ਉਦੋਂ ਦੇ ਜੁੜੇ ਹੋ ਜਦੋਂ ਭਾਜੀ ਦਾ ਹਾਲੇ ਮੈਰਿਜ ਵੀ ਨਹੀਂ ਸੀ ਹੋਈ। ਭਾਜੀ ਦੀ ਮੈਰਿਜ ਵੀ ਤੁਹਾਡੇ ਹੁੰਦਿਆਂ ਹੀ ਹੋਈ ਉੱਥੇ? ਹਾਂਜੀ ਹਾਂ, ਉਹ ਕੁਝ ਐਕਸਪੀਰੀਅੰਸ ਕੋਈ? ਹਾਂਜੀ ਮੈਰਿਜ ਭਾਬੀ ਜੀ ਦੀ ਜੀ ਉਹਨਾਂ ਮੈਰਿਜ ਮੇਰੇ ਸਾਹਮਣੇ ਹੀ ਹੋਈ ਸੀਗੀ
ਔਰ ਉਸ ਮੈਂ ਇੱਕ ਤੁਹਾਨੂੰ ਬੜਾ ਵਧੀਆ ਇਨਸੀਡੈਂਟ ਦੱਸਾਂ। ਮੈਨੂੰ ਭਾਜੀ ਕੋਲੋਂ ਖਾਣੀ ਪਈ ਸੀਗੀ ਕਿ ਮੈਨੂੰ ਸ਼ਾਦੀ ਹੋਣ ਤੋਂ ਬਾਅਦ ਥੋੜਾ ਛੋਟਾ ਜਿਹਾ ਉਹਨਾਂ ਨੇ ਸੈਲੀਬ੍ਰੇਸ਼ਨ ਮਤਲਬ ਕੀਤੀ ਗਈ ਫੰਕਸ਼ਨ, ਤੇ ਉਹ ਸਾਰਿਆਂ ਨੇ ਆਪਣੇ ਆਪਣੇ ਕੁਝ ਗਾਇਆ ਕੀਤਾ ਤੇ ਮੈਨੂੰ ਵੀ ਕਿਹਾ, ਤੇ ਮੈਂ ਉਹ ਹੁਣ ਵਿਆਹ ਦਾ ਕੁੜੀਆਂ ਗਾਣਾ ਗਾਤਾ। ਮੈਂ ਉਹਨੂੰ ਲਾਈਨ ਸੁਣਾ ਸਕਦੀ ਹਾਂ ਗਾਣੇ? ਜੀ ਜੀ ਜੀ, ਸੁਣਾਓ ਸੁਣਾਓ। ਗਾਣੇ ਦੀ ਮੈਂ ਗਾਣੇ ਦੀ ਲਾਈਨ ਸੁਣਾ ਸਕ? ਹਾਂਜੀ ਹਾਂਜੀ, ਸੁਣਾਓ ਭੈਣ ਜੀ, ਸੁਣਾਓ। ਉਹ ਗਾਣਾ ਸੀਗਾ ਕਿ ਨਾ ਰੋਨੀ ਮਾਏ, ਹੈਲੋ, ਜੀ ਜੀ, ਸੁਣਾਓ ਸੁਣਾਓ। ਨਾ ਰੋਨੀ ਮਾਏ ਓ ਨਾ ਰੋਵੇ ਬਾਬ, ਨਾ ਰੋਨੀ ਮਾਏ ਓ ਨਾ ਰੋਵੇ ਬਾਬੁਲ, ਧੀਆਂ ਦਾ ਤਾਏ ਬੇਗਾਨਾ। ਵਰਦਾ ਰਹੇ ਮੇਰੀ ਅਮੜੀ ਦਾ ਵੇੜਾ, ਵਸਦਾ ਰਹੇ ਮੇਰੀ ਅਮੜੀ ਦਾ ਵੇੜਾ, ਸਾਂ ਚਿੜੀਆਂ ਚੁਗਣਾ ਏ ਦਾਣਾ। ਨੀ ਮੈਂ ਦੇਸ ਪਿਆ ਦੇ ਜਾਣਾ, ਨੀ ਮੈਂ ਦੇਸ ਪਿਆ ਦੇ ਜਾਣਾ। ਤੇ ਜੀ ਮੇਰੇ ਕੀ ਵਕਤਾ ਪਿਆ ਕਿ ਭਾਬੀ ਜੀ ਰੋ ਪਏ। ਭਾਬੀ ਗਾਣਾ ਸੁਣ ਕੇ ਰੋ ਪਏ ਤੇ ਵੀਰ ਜੀ ਨੇ ਮੇਰੇ ਗੁੱਸਾ ਚੜਿਆ ਉਹਨਾਂ ਨੂੰ ਕਿ ਤੂੰ ਇਹੋ ਜਿਹਾ ਗਾਣਾ ਕਿਉਂ ਗਾਇਆ ਜਿਹਦੇ ਨਾਲ ਕੈਸ਼ ਰੋ ਪਈ। ਕਿਆ ਬਾਤ। ਬਹੁਤ ਬਹੁਤ ਜ਼ਿਆਦਾ ਸੈਂਸਿਟਿਵ ਦੇ ਸੀਗੇ ਵੀਰ, ਬਹੁਤ ਹੀ ਜ਼ਿਆਦਾ। ਅਗਰ ਐਨੇ ਸੈਂਸਿਟਿਵ ਨਾ ਹੁੰਦੇ, ਪਬਲਿਕ ਦਾ ਇੰਨਾ ਦੁੱਖ ਦਰਦ ਆਪਣੇ ਅੰਦਰ ਨਾ ਮੋਂਦੇ ਤੇ ਇੰਨੀ ਬੁਲੰਦ ਆਵਾਜ਼ ਨਾ ਚੁੱਕਦੇ ਉਹਨਾਂ ਹੱਕਾਂ ਦੇ ਲਈ। ਬਿਲਕੁਲ। ਬਹੁਤ ਨਰਮ ਦੇ ਬੰਦੇ ਸੀਗੇ, ਬਹੁਤ ਹੀ ਜ਼ਿਆਦਾ। ਤੇ ਭੈਣ ਜੀ ਤੁਸੀਂ ਫਿਰ ਤੇ ਨੰਗਲ ਤੋਂ ਬਾਅਦ ਵੀਰ ਜੀ ਫਿਰ ਤੋਂ ਇਹ ਤੁਸੀਂ ਨੰਗਲ ਤੋਂ ਬਾਅਦ ਫਿਰ ਕਿੱਥੇ ਮੁੜ ਕੇ ਥੀਏਟਰ ਕੀਤਾ? ਉਸ ਗੁਰਸ਼ਰਨ ਜੀ ਤੋਂ ਪਹਿਲੋਂ ਮੈਂ ਜੋਗਿੰਦਰ ਬਾਰਲਾ ਦੇ ਨਾਲ ਕੰਮ ਕੀਤਾ। ਜੋਗਿੰਦਰ ਬਾਰਲਾ ਨਾਲ ਕੰਮ ਕੀਤਾ। ਉਹ ਮਤਲਬ ਉਹਨਾਂ ਨੇ ਜ਼ਿਮੀਂਦਾਰਾਂ ਦੇ ਖਿਲਾਫ ਜਿਹੜਾ ਜੰਗ ਲੜੀ, ਉਹ ਉਸ ਦੇ ਵਿੱਚ ਬਹੁਤ ਕੀਤਾ ਉਹਨਾਂ ਨੇ, ਤੇ ਉਹਨਾਂ ਦਾ ਦੁੱਖ ਦਰਦ ਉਹਨਾਂ ਓਪੇਰਾ ਵਿੱਚ ਉਹ ਦੱਸਦੇ ਗਏ। ਤੇ ਕਿਸਾਨਾਂ ਦੇ ਹੱਕ ਲਈ ਲੜਦੇ ਸੀਗੇ। ਉਹਨਾਂ ਦਾ ਇੱਕ ਬਹੁਤ ਗੀਤ ਯਾਦ ਨਹੀਂ ਹੈਗੇ, ਇੱਕ ਉਹਨਾਂ ਦਾ ਬੜਾ ਪਿਆਰਾ ਗੀਤ ਹੁੰਦਾ ਸੀਗਾ, ਹੋ ਕਣਕਾਂ ਸਾਵੀਆਂ, ਹੋ ਕਣਕਾਂ ਸਾਵੀਆਂ, ਹੋ ਕਣਕਾਂ ਕਣਕਾਂ, ਹੋ ਕਣਕਾਂ ਸਾਵੀਆਂ। ਰੋਂਦੇ ਨੇ ਮਾਹੀਵਾਲ ਰੋਈਆਂ ਨੇ ਸੋਹਣੀਆਂ, ਰੋਂਦੇ ਨੇ ਮਾਹੀਵਾਲ ਰੋਂਦੀਆਂ ਨੇ ਸੋਹਣੀਆਂ, ਰੋਂਦੀ ਚਨਾਵਾਂ ਅੱਜ ਰੋਂਦੀਆਂ ਨੇ ਰਾਵੀਆਂ, ਹੋ ਕਣਕਾਂ ਸਾਵੀਆਂ, ਹੋ ਕਣਕਾਂ ਕਣਕਾਂ, ਹੋ ਕਣਕਾਂ ਸਾਵੀਆਂ। ਮੈਂ ਉੱਥੋਂ ਮੈਂ ਸਟੇਜ ਤੇ ਗਾਣਾ ਸਿੱਖਿਆ ਹੈ ਤੇ ਥੋੜਾ ਐਕਟ ਕਰਨੀ ਸਿੱਖੀ ਹੈਗੀ। ਉਸ ਤੋਂ ਬਾਅਦ ਗੁਰਸ਼ਨਵੀਰ ਜੀ ਦੇ ਨਾਲ ਆਏ। ਗੁਰਸ਼ਰਨ ਜੀ ਦੇ ਨਾਲ ਤੇ ਸਮਝ ਵੀ ਮੇਰੀ ਕਾਇਆ ਕਲਪ ਹੋ ਗਈ ਨਾ। ਉਹਨਾਂ ਨੇ ਜੋ ਸਿਖਾਇਆ, ਜੋ ਪੜ੍ਹਾਇਆ, ਉਹਨਾਂ ਦੇ ਨਾਲ ਜਿੰਨਾ ਵੀ ਕੰਮ ਤਾਂ ਹੈਗਾ ਏ, ਉਹ ਬਹੁਤ ਹੀ ਰੀਅਲਿਸਟਿਕ ਹੁੰਦੇ ਸੀਗੇ, ਬਹੁਤ ਜ਼ਿਆਦਾ ਰੀਅਲਿਸਟਿਕ। ਅਸੀਂ ਤੇ ਵੈਸੇ ਹੁਣ ਫਿਲਮਾਂ ਦੇ ਵਿੱਚ ਕੰਮ ਕਰਦੇ ਹਾਂ, ਸੀਰੀਅਲਾਂ ਦੇ ਵਿੱਚ ਕੰਮ ਕਰਦੇ ਹਾਂ, ਸਭ ਆਰਟੀਫਿਸ਼ੀਅਲ, ਸਭ ਆਰਟੀਫਿਸ਼ੀਅਲ ਦਿਖਾਵਾ ਹੈਗਾ ਏ। ਲੇਕਿਨ ਉਹ ਜਿਹੜੀ ਵੀਰ ਜੀ ਦੇ ਨਾਲ ਕੰਮ ਕੀਤਾ ਏ, ਉਹ ਸੱਚੀ ਚੀਜ਼ ਜ਼ਿੰਦਗੀ ਹੁੰਦੀ ਸੀ। ਉਹਨਾਂ ਨੂੰ ਮਤਲਬ ਖਾਵੇ ਦੀ ਜ਼ਿੰਦਗੀ, ਮਤਲਬ ਕੁੜੀਆਂ ਦਾ ਮੇਕਅਪ ਵਗੈਰਾ ਬਹੁਤ ਕਰਨਾ, ਉਹਨਾਂ ਨੂੰ ਸਾਦੀ ਜ਼ਿੰਦਗੀ ਪਸੰਦ ਹੁੰਦੀ ਸੀ। ਉਹਨਾਂ ਦੀ ਆਪ ਬੱਚੀਆਂ ਵੀ ਬੜੀਆਂ ਹੀ ਸਾਦੀ ਸੁੱਚੀਆਂ। ਭਾਜੀ ਨੂੰ ਵੀ ਕਦੀ ਅਸੀਂ ਮੇਕਅਪ ਦੇ ਵਿੱਚ ਕਦੀ ਨਹੀਂ ਕਿਹਾ ਸੀਗਾ। ਤੋ ਉਹਨਾਂ ਨੂੰ ਹੁੰਦਾ ਸੀ ਕਿ ਵੀ ਤੁਸੀਂ ਕੰਮ ਕਰਨ ਚੱਲਿਓ, ਦਿਮਾਗ ਤੁਹਾਡਾ ਜਿਹੜੀ ਸੋਚ ਮੈਂ ਤੁਹਾਨੂੰ ਦੇਣੀ ਚਾਹੁੰਦਾ ਵਾਂ, ਉਸ ਸੋਚ ਨੂੰ ਪ੍ਰਮੋਟ ਕਰੋ। ਇਸ ਕਰਕੇ ਬਿਲਕੁਲ ਸਾਦੀ ਜ਼ਿੰਦਗੀ ਰੱਖੀਆਂ ਨੇ ਔਰ ਸਾਦੀ ਜ਼ਿੰਦਗੀ ਜੀਣੀ ਸਿਖਾਈ ਹੈਗੀ ਹੈ। ਹਾਂ ਭੈਣ ਜੀ, ਮੈਂ ਚਾਹੁੰਦਾ ਕਿ ਤੁਸੀਂ ਨੰਗਲ ਤੋਂ ਬਾਅਦ, ਜਦੋਂ ਨੰਗਲ ਜੋਗਿੰਦਰ ਬਾਰਲੇ ਵਾਲੇ ਸਫ਼ਰ ਤੋਂ ਬਾਅਦ, ਫਿਰ ਤੁਸੀਂ ਜਦੋਂ ਬਾਅਦ ਵਿੱਚ ਕਿੱਥੇ ਸ਼ਿਫਟ ਕੀਤਾ? ਦਿੱਲੀ ਚਲੇ ਗਏ? ਜਦੋਂ ਤੁਸੀਂ ਸ਼ੀਲਾ ਭਾਟੀਆ ਦੇ ਨਾਲ ਵੀ ਕੰਮ ਕੀਤਾ, ਉਹ ਵੀ ਮੈਂ ਚਾਹੁੰਦਾ ਉਹ ਸਾਰੇ ਐਕਸਪੀਰੀਅੰਸ ਵੀ ਸਾਡੇ ਨਾਲ ਸ਼ੇਅਰ ਕਰੋ। ਹੁਣ ਤੁਸੀਂ ਅਨਮਿਊਟ ਕਰ ਲਓ ਜੀ। ਗੁਰਸ਼ਰੀ ਜੀ ਦੇ ਕਰਨ ਤੋਂ ਬਾਅਦ ਮੇਰੀ
62 ਦੇ ਵਿੱਚ ਮੇਰੀ ਸ਼ਾਦੀ ਹੋਈ ਸੀ। ਸ਼ਾਦੀ ਕਰਕੇ ਦਿੱਲੀ ਆ ਗਈ ਤੇ ਫਿਰ ਤੇ ਸਮਝੋ ਗ੍ਰਸਤੀ ਦਾ ਕੰਮ ਸ਼ੁਰੂ ਹੋਇਆ। ਕੋਈ ਮੇਰਾ ਲਿੰਕ ਨਹੀਂ ਰਿਹਾ ਕਿਸੇ ਦੇ ਵੀ ਕੰਮ ਨਾਲ, ਸਟੇਜ ਦੇ ਨਾਲ, ਤੇ ਦੇ ਨਾਲ ਕੁਝ ਵੀ ਨਹੀਂ। ਸੋ ਬੱਚੇ ਪਏ, ਲੇਕਿਨ ਜਲਦੀ ਮੇਰੀ ਜ਼ਿੰਦਗੀ ਮੇਰੇ ਤੋਂ ਛਿੜ ਗਈ। ਮੈਂ 1970 ਵਿੱਚ ਗੁਜਰਾਲ ਸਾਹਿਬ ਡੈਥ ਹੋ ਗਈ ਤੇ ਉਸ ਮੇਰੀ ਬੜੀ ਛੋਟੀ ਉਮਰ ਸੀ। ਤਿੰਨੋਂ ਬੱਚੇ ਮੇਰੇ ਮਾਈਨਰ ਗਏ, ਛੋਟੇ ਬੱਚੇ ਸੀ। ਬੇਟਾ ਤੇ ਮੇਰਾ 7 ਸਾਲ ਸੀਗਾ ਤੇ ਉਹ ਕਾਫੀ ਮੁੱਢਲਾ ਸਟਰਗਲ ਰਿਹਾ ਜ਼ਿੰਦਗੀ ਦਾ ਜ਼ਿਆਦਾ। ਲੇਕਿਨ ਚਲੋ ਜਿਸ ਤਰ੍ਹਾਂ ਵੀ ਹੋਇਆ, ਬੱਚੇ ਵੱਡੇ ਹੁੰਦੇ ਰਹੇ, ਬੱਚੇ ਬਹੁਤ ਸਹਿਯੋਗ ਦਿੱਤਾ ਲਾਈਫ ਦੇ ਵਿੱਚ, ਬਹੁਤ ਐਡਜਸਟ ਕੀਤਾ ਜੀ ਦੇ ਨਾਲ। ਤੇ ਜਦੋਂ ਮੈਂ ਵੱਡੀ ਬੇਟੀ ਸ਼ਾਦੀ ਕੀਤੀ ਉਸ ਤੋਂ ਬਾਅਦ ਫਿਰ ਮੇਰੇ ਥੋੜਾ ਟਾਈਮ ਤੇ ਮੈਨੂੰ ਬੱਚਿਆਂ ਨੂੰ ਪ੍ਰੋਤਸਾਹਨ ਦਿੱਤਾ ਕਿ ਵੀ ਮਾਂ ਤੁਹਾਡੇ ਕੋਲ ਟਾਈਮ ਹੁੰਦਾ ਹੈ, ਬੋਰ ਹੁੰਦੇ ਹੋ ਇਕੱਲੇ, ਕਿਉਂ ਨਹੀਂ ਤੁਸੀਂ ਕੋਈ ਐਸਾ ਕੋਈ ਕਾਰਨਰ ਲੱਭਦੇ, ਕੋਈ ਕ੍ਰੀਏਟ ਕਾਰਨਰ ਜਿੱਥੇ ਤੁਹਾਡੀ ਸ਼ਾਮ ਅੱਛੀ ਬੀਤ ਸਕੇ। ਤੇ ਮੈਨੂੰ ਕਿ ਸ਼ੀਲਾ ਭਾਟੀਆ ਜੀ ਦੀ ਦੱਸ ਪਾ ਤੇ ਮੈਂ ਸ਼ੀਲਾ ਜੀ ਕੋਲ ਗਈ। ਉਹਲੇ ਮਤਲਬ ਉਹਨਾਂ ਨੇ ਮੈਨੂੰ ਵੇਖਿਆ ਤੇ ਮੇਰੀ ਕਹਾਣੀ ਵੀ ਸੁਣੀ, ਮੇਰੇ ਨਾਲ ਕੀ ਕੀ ਹੋਇਆ ਜਿਸ ਤੇ ਉਹਨਾਂ ਨੇ ਮੈਨੂੰ 300 ਰੁਪਏ ਦੇ ਉੱਤੇ ਮਹੀਨਾ ਮੈਂ ਨੌਕਰੀ ਦਿੱਤੀ ਤੇ ਉਹ ਮਰਦੀ ਰਹੀ। ਮੇਰੇ ਵਾਸਤੇ 100 ਰੁਪਏ ਜਿਹੜਾ ਮੇਰਾ ਕਿਸੇ ਲਈ ਵੀ ਕਾਫੀ ਨਹੀਂ ਸੀ ਹੁੰਦਾ, ਪਰ ਫਿਰ ਮੈਨੂੰ ਇਹ ਸੀ ਕਿ ਮੇਰੀ ਜਿਹੜੀ ਸ਼ਾਮ ਹੈਗੀ ਹੈ ਉਹ ਇੱਕ ਸੇਫ ਐਂਡ ਕ੍ਰੀਏਟ ਕਾਰਨਰ ਤੇ ਬੀਤਦੀ ਹੈਗੀ। ਸ਼ੀਲਾ ਜੀ ਵੀ ਬੜੇ ਮਹਾਨ ਗੁਰੂ ਰਹੇ ਹੈਗੇ ਨੇ, ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਹੈ ਔਰ ਉਹਨਾਂ ਨੇ ਬਹੁਤ ਕੰਮ ਕੀਤਾ ਹੈ। ਉੱਥੇ ਉਹਨਾਂ ਦੇ ਨਾਲ ਗਾਣਾ ਵੀ ਸਿੱਖਿਆ ਹੈਗਾ, ਚੜਾ ਵੀ ਸਿੱਖਿਆ ਹੈਗਾ ਜੀ, ਔਰ ਦੂਰ ਦੂਰ ਜਾ ਕੇ ਕੰਮ ਕੀਤਾ ਸ਼ੀਲਾ ਜੀ ਨਾਲ। ਫਿਰ ਸ਼ੀਲਾ ਜੀ ਦੇ ਨਾਮ ਕਰਦਿਆਂ ਕਰਦਿਆਂ ਹੀ ਪਹਿਲੇ ਤੇ ਉਹਨਾਂ ਦੇ ਸਿਰ ਹੀ ਕੰਮ ਕੀਤਾ, आज कल और कल कुछ करके हैगा सीगा ਉਹ ਕੀਤਾ ਕੰਮ। ਫਿਰ ਉਸ ਤੋਂ ਬਾਅਦ ਮੈਨੂੰ ਹੌਲੀ ਮੰਡੀ ਹਾਊਸ ਤੋਂ ਲੋਕਾਂ ਦੇ ਇਨਵੀਟੇਸ਼ਨ ਮਿਲਣ ਲੱਗੇ ਕਿ ਬਈ ਸੀਰੀਅਲ 'ਚ ਕੰਮ ਕਰੋ। ਫਿਰ ਮੈਂ ਸ਼ੀਲਾ ਜੀ ਖੈਰ ਨਹੀਂ ਸੀ ਕਰਦੇ ਬਾਹਰ ਕੰਮ ਨਾ, ਲੇਕਿਨ ਮੈਂ ਦਿਨ ਵਿੱਚ ਕਰ ਲੈਂਦੀ ਸੀ, ਸ਼ਾਮ ਉਹਨਾਂ ਕੋਲ ਜਾਂਦੇ ਸੀਗੇ। ਤਾਂ ਉਹ ਕਾਫੀ ਜ਼ਿੰਦਗੀ ਹਾਰਡ ਸੀਗੀ ਬਟ ਫਿਰ ਵੀ ਇੰਜੋਏਬਲ ਸੀਗੀ। ਮੈਂ ਉਸ ਜ਼ਿੰਦਗੀ ਨੂੰ ਨਿਭਾਇਆ ਗਏ ਤੇ ਫਿਰ ਕੰਮ ਜਿਹੜਾ ਸੀਰੀਅਲਸ ਦਾ ਜ਼ਿਆਦਾ ਮਿਲਣ ਲੱਗ ਪਿਆ, ਟੀਵੀ ਦੇ ਵਿੱਚ ਕੰਮ ਜ਼ਿਆਦਾ ਮਿਲਣ ਲੱਗਾ ਕੀਤਾ। ਫਿਰ ਸ਼ੀਲਾ ਜੀ ਦੀ ਵੀ ਤਬੀਅਤ ਖਰਾਬ ਹੋ ਗਈ ਸੀਗੀ ਤੇ ਉਹਨਾਂ ਨੇ ਵੀ ਥੋੜਾ ਘੱਟ ਕਰ ਦਿੱਤਾ ਸੀ। ਫਿਰ ਆਲਮੋਸਟ ਥੀਏਟਰ ਬੰਦ ਵੀ ਹੋਇਆ ਉਹਨਾਂ ਦਾ, ਦਿੱਲੀ ਥੀਏਟਰ। ਤੇ ਫਿਰ ਜਦੋਂ ਕੰਮ ਕਾਫੀ ਚੱਲ ਪਿਆ ਤੇ 2000 ਦੇ ਵਿੱਚ ਮੈਨੂੰ ਲੇਖ ਟੰਡਨ ਜੀ ਬਹੁਤ ਮੈਨੂੰ ਕਿ ਵੀ ਤੁਸੀਂ ਬੀਬੀ ਦਿੱਲੀ ਆਓ, ਸੌਰੀ ਮੁੰਬਈ ਆਓ ਤੇ ਤੁਹਾਨੂੰ ਬਹੁਤ ਕੰਮ ਮਿਲੇਗਾ, ਕਿਉਂਕਿ ਦਿੱਲੀ ਜਿਹੜੇ ਆਰਟਿਸਟਾਂ ਨੂੰ ਉਹ ਬੁਲਾਉਂਦੇ ਉਹਨਾਂ ਦਾ ਜ਼ਿਆਦਾ ਖਰਚਾ ਪੈਂਦਾ ਸੀ। ਪਰ ਮੈਂ ਨਾ ਘਰ ਛੱਡ ਕੇ ਮੈਂ ਮੁੰਬਈ ਸੀ ਜਾਣਾ ਚਾਹੁੰਦੀ। ਕੁਛ ਆਦਤ ਹੀ ਰਹੀ ਹੈਗੀ ਹੈ ਕਿ ਮਾਪਿਆਂ ਦੇ ਨਜ਼ਦੀਕ ਹੈਗੀ, ਇੱਥੇ ਬੱਚਿਆਂ ਦੇ ਨਜ਼ਦੀਕ ਹੈਗੀ, ਉੱਥੋਂ ਕੌਣ ਆਏਗਾ। ਤੋ ਕੈਰੀਅਰ ਨੂੰ ਅਹਿਮੀਅਤ ਕਦੀ ਵੀ ਨਹੀਂ ਦਿੱਤੀ ਹੈਗੀ, ਲੇਕਿਨ ਆਪਣੀ ਫੈਮਿਲੀ ਨੂੰ, ਆਪਣੇ ਬੱਚਿਆਂ ਨੂੰ ਜ਼ਿਆਦਾ ਮਤਲਬ ਕੀਤਾ ਹੈਗਾ ਹੈ। ਫਿਰ ਉਸ ਤੋਂ ਬਾਅਦ 2000 ਦੇ ਵਿੱਚ ਮੇਰੇ ਬੱਚੇ ਜਿਹੜੇ ਉਹ ਅਮਰੀਕਾ ਲੈ ਗਏ। ਅਮਰੀਕਾ ਗਏ, ਹੁਣ ਬੱਚੇ ਛੋਟੇ ਸੀ, ਉੱਥੇ ਜਾ ਕੇ ਦਾ ਕੰਮ ਕਰਨਾ ਜ਼ਰੂਰੀ ਹੁੰਦਾ ਸੀਗਾ। ਬੱਚਿਆਂ ਨੂੰ ਘਰ ਇਕੱਲੇ ਛੱਡਣਾ ਉੱਥੇ ਕਾਨੂੰਨਨ ਵਰਜਿਤ ਹੈ, ਸੋ ਕਿਸੇ ਨਾ ਕਿਸੇ ਨੂੰ ਘਰ ਹੋਣਾ ਚਾਹੀਦਾ ਸੀ। ਮੈਂ ਉੱਥੇ ਕੁਛ ਮੈਂ ਮਤਲਬ ਬਿਤਾਏ, ਆਣ ਰੱਖਦੀ ਸੀਗੀ, ਬਸ ਆਣ ਜਾਣ ਦੇ ਵਿੱਚ ਮੈਂ ਕੰਮ ਨਹੀਂ ਸੀ ਕੀਤਾ, ਥੀਏਟਰ ਦਾ, ਟੀਵੀ ਦਾ। ਤੇ 2-3 ਰਹਿੰਦੀ ਸੀਗੀ, ਉਹ ਵੀ ਫੈਮਿਲੀ ਦੇ ਵਿੱਚ ਘੁੰਮਦਿਆਂ ਘੁੰਮਾਇਆ, ਸੋ ਮੈਂ ਉਸ ਵੇਲੇ ਨਹੀਂ ਕੀਤਾ। ਹੁਣ ਮੈਂ ਮਤਲਬ ਫਿਰ ਬੱਚਿਆਂ ਨੂੰ ਕਿ ਨਹੀਂ, ਹੁਣ ਬਸ ਮੇਰਾ ਮਨ ਬਹੁਤ ਉਦਾਸ ਰਹਿੰਦਾ ਹੈ, ਕਿਉਂਕਿ ਮੇਰੀ ਇੱਕ ਮੇਰੇ ਦਿਮਾਗੀ, ਦਿਲ ਦੀ, ਰੂਹ ਦੀ ਇੱਕ ਖੁਰਾਕ ਹੈਗੀ ਹੈ, ਉਹ ਮੇਰੀ ਐਕਟਿੰਗ ਹੈਗਾ। ਤੇ ਬੱਚਿਆਂ ਨੇ ਵੀ ਮੈਨੂੰ ਹਮੇਸ਼ਾ ਹੀ ਸਪੋਰਟ ਕੀਤਾ ਸੀ ਤੇ ਫਿਰ ਵੀ ਕੀਤਾ ਹੈਗਾ ਹੈ। ਫਿਰ ਮੈਂ ਮਤਲਬ ਜਾਂਦੀ, ਸਾਲ 2 ਸਾਲ ਬਾਅਦ ਜਾਂਦੀ ਹੈਗੀ ਅਮਰੀਕਾ ਹੁਣ ਵੀ, ਤੇ ਉਨੀ ਦੇਰ ਦੇ ਵਿੱਚ ਤੱਕ ਕੰਮ ਮਿਲਦਾ ਹੈਗਾ। ਮੈਂ ਬਹੁਤ ਸਾਰੇ ਰੇਲ ਕੀਤੇ ਨੇ, ਨਾਮ ਹੀ ਯਾਦ ਨਹੀਂ ਹੈਗੇ ਐਨੇ।
ਤੇ ਫਿਲਮਾਂ ਵੀ ਕੀਤੀਆਂ ਨੇ, ਪੰਜਾਬੀ ਫਿਲਮਾਂ ਵੀ ਕੀਤੀਆਂ ਨੇ, ਫਿਲਮਾਂ 'ਚ ਵੀ ਕੰਮ ਕੀਤਾ ਹੈਗਾ। ਲੇਟੈਸਟ ਫਿਲਮ ਜਿਹੜੀ ਹੈਗੀ ਹੈ ਉਹ ਅਨੁਰਾਗ ਕਸ਼ਯਪ ਦੇ ਨਾਲ, ਇਹ ਮੈਂ ਮਾਰਚ ਵਿੱਚ ਮਤਲਬ ਕੀਤੀ ਹੈਗੀ, ਇਸੇ ਮਾਰਚ ਵਿੱਚ 17 ਮਾਰਚ ਨੂੰ ਘਰ ਪਹੁੰਚੀ ਹਾਂ ਡਲਹੌਜ਼ੀ ਤੋਂ ਬਸ, ਤੇ 20 ਮਾਰਚ ਨੂੰ ਇੱਥੇ ਲੱਗ ਹੋ ਗਿਆ। ਤੇ ਹੁਣ 6 ਮਹੀਨੇ ਹੋ ਗਏ ਨੇ ਘਰ ਬੈਠੇ ਆ, ਆਡੀਸ਼ਨਸ ਬਹੁਤ ਦੀਆਂ ਨੇ, ਬਹੁਤ ਆਡੀਸ਼ਨਸ ਆ ਰਹੀਆਂ ਨੇ, ਤੇ ਲੇਕਿਨ ਬੱਚੇ ਹਾਲੀ ਕਰਦੇ ਨੇ, ਕਹਿੰਦੇ ਨੇ ਮਾਂ ਬਾਹਰ ਨਾ ਜਾਓ ਹਾਲੀ। ਲੇਕਿਨ ਹੁਣ ਹੌਲੀ ਹੌਲੀ ਕੁਛ ਕਰਾਂਗੇ। ਬਿਲਕੁਲ। ਹਾਂ ਭੈਣ ਜੀ, ਤੁਸੀਂ ਬੜੀ ਖੂਬਸੂਰਤ ਜਰਨੀ ਹੈ ਤੁਹਾਡੀ, ਔਰ ਬੜਾ ਸੰਘਰਸ਼ ਵਾਲਾ ਟਾਈਮ ਤੁਸੀਂ ਗੁਜ਼ਾਰਿਆ। ਇਹ ਮੈਂ ਸਮਝਦਾ ਕਿ ਇਹ ਜਿਹੜਾ ਸਾਰਾ ਇੰਨਾ ਸੰਘਰਸ਼ ਤੁਸੀਂ ਬੜੇ ਕਹਿ ਲਓ ਕਿ ਹੌਸਲੇ ਨਾਲ ਤੁਸੀਂ ਸਾਰਾ ਗੁਜ਼ਾਰਿਆ ਹੈ ਪੀਰੀਅਡ, ਇਹ ਇੰਨਾ ਤੁਸੀਂ ਜਿਹੜਾ ਹੌਸਲਾ ਇਹ ਕਿੱਥੋਂ ਲੈ ਕੇ ਆਏ ਆਪਣੇ ਅੰਦਰ? ਤੁਸੀਂ ਇੰਨੇ ਵਧੀਆ ਅਦਾਕਾਰਾ ਹੋ, ਤੁਹਾਡੇ ਕੋਲ ਇੰਨਾ ਹੌਸਲਾ ਕਿਵੇਂ ਆਇਆ? ਇੰਨੀ ਤਾਕਤ ਕਿੱਦਾਂ ਮਿਲੀ ਤੁਹਾਨੂੰ? ਇਹ ਸਾਰਾ ਕੁਝ ਜਿਹੜਾ ਪੀਰੀਅਡ ਜਿਹੜਾ ਤੁਸੀਂ ਸੰਘਰਸ਼ ਵਾਲਾ ਗੁਜ਼ਾਰਿਆ, ਕਿੱਦਾਂ? ਕੇਵਲ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਤਾਕਤ ਮੇਰੇ ਬੱਚੇ ਰਹੇ ਨੇ, ਮੇਰੀ ਫੈਮਿਲੀ ਰਹੀ ਹੈ ਜੀ। ਮੇਰੀ ਸਾਰੇ ਪੇਕੇ ਦੋਵੇਂ ਫੈਮਲੀਆਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤਾ ਹੈ। ਕਦੀ ਕਿਸੇ ਨੇ ਮੈਂ ਕ੍ਰਿਟਿਸਾਈਜ਼ ਨਹੀਂ ਕੀਤਾ, ਕਦੀ ਕਿਸੇ ਨੇ ਮੇਰੇ ਕੰਮ ਦੇ ਵਿੱਚ ਰੁਕਾਵਟ ਨਹੀਂ ਪਾਈ, ਬਲਕਿ ਸਭ ਨੇ ਮਤਲਬ ਅਪਰੀਸ਼ੀਏਟ ਕੀਤਾ ਹੈਗਾ ਕਿ ਵੀ ਹਾਂ ਤੂੰ ਠੀਕ ਹੈ, ਬੱਚੇ ਪਲ ਗਏ ਨੇ ਤੇ ਜਿਸ ਤਰ੍ਹਾਂ ਵੀ ਹੈ ਉਹ ਵੀ ਰਾਜ ਦੀ ਦਇਆ ਦੇ ਨਾਲ ਚਲੋ ਕਰਿਆ ਦਾਤੇ ਦਾ, ਬੱਚੇ ਠੀਕ ਠਾਕ ਆਪਣੇ ਪੜ੍ਹ ਵੀ ਗਏ ਹੈਗੇ ਨੇ, ਸਾਰੇ ਬੱਚੇ ਬਹੁਤ ਅੱਛੀ ਐਜੂਕੇਸ਼ਨ ਲਈ ਹੈਗੀ ਹੈ, MSc BA BSc ਸਭ ਨੇ ਮਤਲਬ ਬਹੁਤ ਅੱਛਾਈ ਕੀਤੀ ਹੈਗੀ ਹੈ। ਸੋ ਮਤਲਬ ਮੇਰਾ ਜਿਹੜਾ ਆਪਣੀ ਫੀਲਿੰਗ ਹੈਗੀ ਹੈ, ਕੈਨ ਡਿਪੈਂਡ ਅਪਨ ਮਾਈ ਫੈਮਿਲੀ ਫॉर ਐਨੀਥਿੰਗ। ਮੈਂ ਆਪਣੀ ਫੈਮਿਲੀ ਦੇ ਉੱਤੇ, ਪਰਿਵਾਰ ਦੇ ਉੱਤੇ ਜ਼ਿਆਦਾ ਭਰੋਸਾ ਰੱਖਦੀ ਹਾਂ। ਉਹਨਾਂ ਤਾਕਤ ਮੇਰੀ ਤਾਕਤ ਹਮੇਸ਼ਾ ਬਣੀ ਰਹੀ ਹੈ, ਔਰ ਅੱਜ ਵੀ ਹੈ। ਮੈਨੂੰ ਪਤਾ ਮੇਰੇ ਕੋਈ ਨਾ ਕਰੇ ਮੁਸੀਬਤ ਬਣਦੀ ਹੈ, ਮੇਰਾ ਸਾਰਾ ਖਾਨਦਾਨ ਸਹੁਰੇ ਪੇਕੇ ਮੇਰੇ ਨਾਲ। ਮੇਰਾ ਖਿਆਲ ਹੈ ਵੱਡੀ ਤਾਕਤ ਤੁਹਾਡੀ ਸਰੀਰਕ ਤਾਕਤ ਮਾਇਨੇ ਨਹੀਂ ਰੱਖਦੀ, ਜਿੰਨੀ ਤੁਹਾਨੂੰ ਆਪਣੇ ਪਰਿਵਾਰ ਦੀ ਜਾਂ ਬੱਚਿਆਂ ਦੀ ਤਾਕਤ ਹੁੰਦੀ। ਬਿਲਕੁਲ। ਭੈਣ ਜੀ, ਤੁਸੀਂ ਇੰਨਾ ਇੱਕ ਕ੍ਰੀਏਟਿਵ ਕੰਮ ਦੇ ਨਾਲ ਜੁੜੇ ਰਹੇ, ਥੀਏਟਰ ਦੇ ਨਾਲ, ਫਿਲਮਾਂ ਦੇ ਨਾਲ, ਇਹ ਸਾਰੇ ਕੰਮ ਕਰਦੇ ਹੋਏ ਕਿੱਦਾਂ ਦੀ ਫੀਲਿੰਗ ਆਉਂਦੀ ਅੰਦਰ? ਇਹ ਜਿਹੜਾ ਥੀਏਟਰ, ਐਕਟਿੰਗ, ਉਹ ਜਿਹੜੀਆਂ ਫੀਲਿੰਗਸ ਨੇ ਥੋੜੀਆਂ ਜੀਆਂ, ਮੈਂ ਉਹ ਤੁਹਾਡੇ ਕੋਲ ਸੁਣਨਾ ਚਾਹੁੰਦਾ ਵਾਂ ਕਿ ਉਹ ਕਿੱਦਾਂ ਦੀਆਂ ਫੀਲਿੰਗਸ ਜਦੋਂ ਕੰਮ ਕਰਦੇ ਹੋ ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ? ਥੀਏਟਰ ਆਨੰਦ ਜਿਹੜਾ ਹੈ ਉਹ ਬੜਾ ਵੱਖਰਾ ਹੈ। ਥੀਏਟਰ ਦਾ ਆਨੰਦ ਉਹ ਮਤਲਬ ਤੁਸੀਂ ਉਸ ਵੇਲੇ ਪਤਾ ਨਹੀਂ ਕਿੱਥੇ ਪਹੁੰਚੇ ਹੋਏ ਹੋ, ਕਿਉਂਕਿ ਕੋਈ ਰੀਟੇਕ ਨਹੀਂ ਹੈਗਾ, ਕੋਈ ਕੁਛ ਨਹੀਂ, ਜੋ ਤੁਸੀਂ ਐਟ ਏ ਸਟ੍ਰੈਚ ਕਰ ਦਿੱਤਾ ਔਰ ਜੋ ਪਬਲਿਕ ਨੇ ਤਾਲੀਆਂ ਵਜਾਈਆਂ ਨਾਲ ਦੀ ਨਾਲ, ਉਹ ਤੁਹਾਨੂੰ ਇੰਨੀ ਬੂਸਟਿੰਗ ਕਰਦਾ ਹੈ, ਤੁਹਾਡੇ ਮੋਰਲ, ਤੁਹਾਡੇ ਕੰਮ ਨੂੰ, ਤੇ ਦਿਲ ਕਰਦਾ ਹੈ ਕਿ ਵੀ 2 ਘੰਟੇ ਦੀ ਬਜਾਏ 4 ਘੰਟੇ ਦਾ ਪਲੇ ਚੱਲੇ। ਥਕਾਨ ਨਹੀਂ ਹੁੰਦੀ ਸੀਗੀ, ਬਹੁਤ ਇੰਜੋਏ ਕੀਤਾ ਹੈਗਾ ਰਿਹਰਸਲਾਂ ਨੂੰ ਕੀ ਪ੍ਰੈਜੈਂਟੇਸ਼ਨ ਨੂੰ ਕੀ, ਸਾਰੇ ਜਿਹੜੇ ਨੇ ਉਹ ਬਹੁਤ ਮਤਲਬ ਇੰਜੋਏ ਕਰਕੇ ਕੀਤੇ ਹੈਗੇ ਨੇ। ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਬੁਲਾਣਾ, ਆਪਣੀ ਫੈਮਿਲੀ ਨੂੰ, ਔਰ ਫਿਰ ਆਪਣੇ ਫਰੈਂਡਸ ਨੂੰ ਬੁਲਾਣਾ, ਤੇ ਫਰੈਂਡਸ ਦੀ ਬੜੀ ਅਪਰੀਸੀਏਸ਼ਨ ਮਿਲਦੀ ਸੀਗੀ। ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਕੁਝ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ, ਤੁਹਾਡੇ ਵਿੱਚ ਵੀ ਕੋਈ ਜਨ ਹੈ, ਕੋਈ ਗੁਣ ਹੈ ਜਾਂ ਕੁਝ ਵੀ ਹੈ। ਤੇ ਫਿਲਮਾਂ ਦੇ ਵਿੱਚ ਆ ਕੇ ਕੈਮਰੇ ਤੋਂ ਕਦੀ ਨਹੀਂ ਹੋਇਆ, ਕਦੀ ਵੀ ਨਹੀਂ, ਪਤਾ ਕਿਉਂ? ਮੈਂ ਸਾਰੇ ਕਹਿੰਦੇ ਨੇ ਕਿ ਵੀ ਹਰ ਕੋਈ ਕੈਮਰੇ ਤੇ ਪਹਿਲੀ ਵਾਰੀ ਜਦੇ ਘਬਰਾਉਂਦਾ ਹੈ, ਡਰਦਾ ਹੈ, ਤੇ ਮੈਨੂੰ ਸੱਚੀ ਮੁੱਚੀ ਪਤਾ ਉਹ ਕਦੀ ਨਹੀਂ ਸੀ ਕੁਝ ਹੋਇਆ। ਤੇ ਕਿਸੇ ਨੂੰ ਉੱਥੇ ਜਿਹੜੇ ਉਹ ਰੀਟ ਹੁੰਦੇ ਨੇ ਨਾ, ਉਹ ਕਈ ਵਾਰੀ ਬੜੇ ਦੁਸ਼ਮਣ ਜਾਂਦੇ ਹੈਗੇ ਨੇ। ਇੱਕ ਵਾਰੀ ਮੈਂ ਪੰਜੀ ਦੀ ਫਿਲਮ ਕਰਦੀ ਪਈ ਸੀ ਜਲੰਧਰ ਦੇ ਕੋਲ, ਉੱਥੇ ਇੱਕ ਬਹੁਤ ਹੀ ਨਾਜ਼ੁਕ ਜਿਹਾ ਸੀਨ ਗਾ, ਜਿਹਦੇ ਚ ਇੱਕ ਮਾਂ ਦੇ ਮਤਲਬ ਪੁੱਤ ਦੀਆਂ ਬਾਹਾਂ ਕੱਟ ਕੇ ਤੇ ਉਹਦੇ ਵਿਹੜੇ 'ਚ ਸੁੱਟ ਦਿੱਤੀਆਂ ਜਾਂਦੀਆਂ, ਤੇ ਉਹ ਕਿੰਨਾ ਲਾਭ ਕਰਦੀ ਹੈਗੀ ਹੈ। ਤੇ ਮੈਂ ਉਹਨਾਂ ਸਾਰਿਆਂ ਨੂੰ, ਕੈਮਰਾਮੈਨ ਨੂੰ, ਸਾਊਂਡਮੈਨ ਨੂੰ, ਸਭ ਨੂੰ ਹੱਥ ਜੋੜ ਕੇ ਕਿਹਾ ਕਿ ਪਲੀਜ਼ 1 ਟੇਕ, ਠੀਕ ਹੈ,
ਬਹੁਤ ਵਧੀਆ ਹੋ ਗਿਆ। ਫਿਰ ਲੰਬੜਦਾਰ ਵੀ ਰੋ ਰਹੇ ਸੀ ਤੇ ਜੇ ਠਹਿਰ ਆਏ ਸੀਗੇ ਉਹ ਵੀ ਰੋ ਰਹੇ ਸੀਗੇ। ਮੈਂ ਬੜੀ ਨਿਹਾਲ ਹੋ ਗਈ ਉਹ ਸੀਨ ਕਰਨ ਤੋਂ ਬਾਅਦ। ਪਰ ਮੈਨੂੰ 15 ਮਿੰਟਾਂ ਬਾਅਦ ਆ ਕੇ ਫਿਰ ਕਿਸੇ ਨੇ ਕੀ ਰੀਟੇਕ ਹੋ। ਹਾਏ ਮੈਂ ਮਰ ਜਾਵਾਂ। ਮੈਂ ਕਿਹਾ ਗੱਲ ਸੁਣ, ਮੇਰੀ ਜਾਨ ਕੱਢ ਲਓ ਤੁਸੀਂ। ਮੈਂ ਮੈਕੈਨੀਕਲ ਸੀਨ ਦੇਣੇ ਨਾ ਉਹ ਔਖੇ ਲੱਗਦੇ ਨੇ, ਬਹੁਤ ਔਖੇ ਲੱਗਦੇ ਨੇ। ਐਸੇ ਤਰ੍ਹਾਂ ਇੱਕ ਹੋਰ ਮੇਰਾ ਸੀਨ ਸੀਗਾ ਜਿਹੜਾ ਉਹਨਾਂ ਨੇ ਮਤਲਬ ਕਦੀ ਉਹਨਾਂ ਕਿਸੇ ਵਜ੍ਹਾ ਕਰ ਰੀਟੇਕ ਹੋ, ਬੜਾ ਇਮੋਸ਼ਨਲ ਸੀਨ ਆਓ। ਮੈਂ ਆਪਣੀ ਪੋਤ ਨੂੰ ਕਿਉਂਕਿ ਉਹ ਪੋਤਾ ਮਰ ਜਾਂਦਾ ਹੈ ਤੇ ਮੈਂ ਪੋਤ ਨੂੰ ਪਹਿਲਾਂ ਮੈਂ ਡਾਇਲੌਗ ਖੁਦ ਲਿਖ, ਕਿਉਂਕਿ ਮੈਂ ਇਹਨਾਂ ਦੇ ਡਾਇਲੌਗ 'ਚ ਜਾਣੀ ਸੀ ਲੱਗਦੀ ਪਈ ਤੇ ਮੈਂ ਪ੍ਰੋਡਿਊਸਰ ਕੋਲੋਂ, ਐਕਟਰ ਕੋਲੋਂ, ਰਨ ਕੋਲੋਂ ਮੈਂ ਇਜਾਜ਼ਤ, ਮੈਂ ਕਿਹਾ ਪਲੀਜ਼ ਅਗਰ ਤੁਸੀਂ ਮੈਨੂੰ ਇਜਾਜ਼ਤ, ਉਹ ਠੀਕ ਹੈ ਤੁਸੀਂ ਮਤਲਬ ਸੈਂਸ ਦਾ ਸਿਚੁਏਸ਼ਨ ਸ਼ੁੱਡ ਬੀ ਰਿਮੇਨ, ਲੇਕਿਨ ਤੁਸੀਂ ਵਰਡ ਅਪ ਰੱਖ ਲਓ। ਤੇ ਮੈਂ ਉਹਨੂੰ ਉਹ ਲਫ਼ਜ਼ ਬੋਲੇ ਜਿਹੜੇ ਮੇਰੀ ਨਨਾਣ ਨੇ ਮੈਨੂੰ ਕਹੇ ਸੀ ਜਦ ਮੈਂ ਘਰ ਪਹਿਲੀ ਵਾਰੀ ਗਈ ਨਾ ਚਿੱਟੀ ਸਾੜੀ ਪਾ ਕੇ, ਤੇ ਮੇਰੀ ਨਨਾਣ ਮੈਨੂੰ ਇਹ ਕਿਹਾ ਸੀਗਾ, ਕਹਿੰਦੀ ਅਗਰ ਚਿੱਟੀ ਸਾੜੀ ਪਾ ਕੇ ਚਿੱਟੇ ਕੱਪੜੇ ਪਾ ਕੇ ਵਾਪਸ ਆਣਾ ਹੋਵੇ ਤੇ ਮੈਂ ਸਾਰੇ ਜਹਾਨ ਨੂੰ ਪਵਾ ਦੇਵਾਂ। ਇਹ ਮੇਰੀ ਨਨਾਣ ਦੇ ਲਫ਼ਜ਼ ਸੀ ਤੇ ਇਹ ਲਫ਼ਜ਼ ਮੈਂ ਉਸ ਕੁੜ ਕਹਿਣਾ ਚਾਹੁੰਦੀ ਸੀ। ਤੇ ਉਹਨਾਂ ਨੇ ਐਨੇ ਟੇਕ ਕੀਤੇ ਨਾ ਤੇ ਮੇਰਾ ਸਿਰ ਘੁੰਮ, ਤੇ ਮੈਂ ਕਿਹਾ ਨੋ ਟੱਪ, ਮੈਂ ਨਹੀਂ ਕਰ ਸਕਦੀ ਮੈਂ। ਫਿਰ ਉਹ ਜਿਹੜੀ ਡਾਇਰੈਕਟਰ ਪ੍ਰੋਡਿਊਸਰ ਮੇਰੇ ਕੋਲ ਆਈ ਅੰਦਰ ਜਾ ਕੇ ਕਾਫੀ ਸ਼ਾਪ ਲਾਈ, ਕਹਿੰਦੇ ਮੈਮ ਜੀ, ਮੈਂ ਕਿਹਾ ਤੁਸੀਂ ਸਮਝਦੇ ਹੋ ਆਰਟ ਜਿਹੜਾ ਹੈਗਾ ਕੋਈ ਇੰਨਾ ਮਹੀਨ ਥੋੜੀ ਹੁੰਦਾ ਹੈ। ਮੈਂ ਕਿਹਾ ਉਹਨੂੰ ਕਿਸੇ ਕਿਸੇ ਲਫ਼ਜ਼ਾਂ ਦੀ ਤਕਲੀਫ ਹੁੰਦੀ ਹੈਗੀ ਹੈ। ਮੈਂ ਕਿਹਾ ਤੁਹਾਨੂੰ ਉਹ ਲਫ਼ਜ਼ ਦੇ ਰਹੀ ਸੀ ਜਿਹੜੇ ਮੈਂ ਖੁਦ ਜੀਵੇ ਨੇ, ਮੈਂ ਉਹ ਲਫ਼ਜ਼ਾਂ ਦੇ ਵਿੱਚ ਖੁਦ ਆਵਾਜ਼ ਆਪਣੇ ਲਈ ਸੁਣ ਰਹੀ ਸੀਗੀ। ਮੈਂ ਕਿਹਾ ਕਿਵੇਂ ਮੈਨੂੰ ਜੇ ਮੈਂ 15 ਵਾਰੀ ਉਹ ਕਰਤੀ ਆ, ਤੁਹਾਡੇ ਟੈਕਨੀਸ਼ੀਅਨ ਜਿਹੜੇ ਹੈਗੇ ਨੇ ਉਹ ਕਿਉਂ ਮਤਲਬ ਨਹੀਂ ਦੇ ਕਿ ਕੀ ਪ੍ਰੋਬਲਮ ਹੈਗੀ। ਸੋ ਖੈਰ ਕੋਆਪਰੇਟ ਤੇ ਨਾ ਪੈਂਦਾ ਹੈਗਾ, ਇਹ ਤਾਂ ਕਹਿ ਸਕਦੀ ਕਿ ਵੀ ਮੈਂ ਸੀਨ ਨਹੀਂ ਦਿੱਤਾ, ਮੁੜ ਕੇ 15 ਤੋਂ ਉਹਨਾਂ ਨੇ ਫੇਰ ਆਪਣਾ ਆ ਕੇ ਸੀਨ ਦਿੱਤਾ। ਸੋ ਮਤਲਬ ਇਹੋ ਬੜੇ ਐਕਸਪੀਰੀਅੰਸ ਹੈਗੇ ਨੇ। ਕੋਈ ਭੈਣ ਜੀ ਸ਼ੀਲਾ ਭਾਟੀਆ ਹੋਰਾਂ ਦਾ ਕੋਈ ਐਕਸਪੀਰੀਅੰਸ, ਉਹ ਤੁਹਾਨੂੰ ਕਿਸ ਤਰ੍ਹਾਂ ਤਿਆਰੀ ਕਰਵਾਉਂਦੇ ਸੀ, ਕਿੱਦਾਂ ਅਦਾਕਾਰੀ ਸਿਖਾਉਂਦੇ ਸੀ, ਕਿੱਦਾਂ ਤੁਹਾਡੇ ਨਾਲ ਵਿਚਰਦੇ ਸੀ, ਉਹ ਕੁਝ ਥੋੜੇ ਐਕਸਪੀਰੀਅੰਸ ਸ਼ੇਅਰ ਕਰੋ ਸ਼ੀਲਾ ਭਾਟੀਆ ਜੀ ਦੇ। ਦੇਖੋ ਜੀ, ਸ਼ੀਲਾ ਭਾਟੀਆ ਜੀ ਦਿੱਲੀ ਬੜੀ ਮਹਾਨ ਡਾਇਰੈਕਟਰਸ ਹੋਈ ਹੈ ਥੀਏਟਰ ਦੀ, ਬਹੁਤ ਜ਼ਿਆਦਾ। ਔਰ ਉਹ ਨਾ ਜਿਹੜੇ ਤੁਹਾਨੂੰ ਕੁਝ ਗਾ ਕੇ ਬਣਾਉਂਦੇ ਸੀ ਨਾ, ਉਹਨਾਂ ਦਾ ਫੇਸ ਇੰਨਾ ਕਿਊਟ ਲੱਗਦਾ ਸੀ, ਮਤਲਬ ਜਿਵੇਂ ਉਹ ਉਹਨਾਂ ਦੇ ਵਿੱਚ ਖੁਦ ਬੋਲੇ ਨੇ, ਕਿਉਂਕਿ ਹਮੇਸ਼ਾ ਹੀ ਉਹ ਆਸ਼ਕੀ ਦੇ ਜ਼ਿਕਰ ਕਰਦੇ ਰਹੇ ਹੈਗੇ। ਮਤਲਬ ਵੀ ਸਭ ਉਹਨਾਂ ਨੇ ਬਹੁਤ ਕੀਤੇ ਹੈ, ਪਰ ਉਹਨਾਂ ਦਾ ਪਿਆਰ ਇਸ਼ਕ ਇਹ ਜ਼ਿਆਦਾ ਰਹੇ ਹੈਗੇ ਨੇ। ਸੋ ਉਹ ਜਿਹੜੇ ਡਿਸਿਪਲਿਨਡ ਹੁੰਦੇ ਸੀਗੇ, ਅਗਰ ਸਾਡੇ ਵਰਗੇ ਬੰਦੇ ਇੰਜ ਜਾਂਦੇ ਸੀਗੇ ਇੰਜ ਕਰਕੇ ਆ ਕੇ ਪਿੱਠ ਤੇ ਮੁੱਕਾ ਮਾਰੇ ਸੀ, ਕਹਿੰਦੇ ਸਿੱਧੀ ਹੋ, ਤੇ ਮਤਲਬ ਨਹੀਂ ਸੀ ਪਲੈਸ ਹੋ ਕੇ ਕਲਾਸ ਨਹੀਂ ਸੀ ਬੈਠ ਦਿੰਦੇ, ਤੇ ਘੁੰਮ ਵੇਖਦੇ ਸੀਗੇ ਕਿ ਇਹਦੀ ਪਿੱਠ ਦਾ ਕੁੱਬ ਤੇ ਨਹੀਂ ਨਿਕਾਇਆ। ਤੇ ਫਿਰ ਮਤਲਬ ਉਂਝ ਐਕਟਿੰਗ ਕਰੇ ਉਹ ਸਾਨੂੰ ਮਤਲਬ ਕਹਿੰਦੇ ਸੀ ਜੋ ਵੀ ਤੂੰ ਬੋਲ ਦਿੱਤੇ ਜਾਂਦੇ ਉਹਨਾਂ ਨੂੰ ਜੋ ਉਹਨਾਂ ਨੂੰ ਡਬਲੀ ਨਾ ਕਹੋ, ਉਹਨੂੰ ਆਪਣੇ ਅੰਦਰ ਸੋ ਕੇ ਉਹ ਜਾਓ ਜਿਹੜੀ ਤੈਨੂੰ ਕੁਝ ਵੀ ਬਣਾਇਆ, ਇਹਨੂੰ ਪਾਗਲ ਵੀ ਬਣਾਇਆ, ਪਾਗਲ ਬਣ ਕੇ ਦਿਖਾਏ ਤੂੰ। ਇਹ ਨਹੀਂ ਕਿ ਵੀ ਤੂੰ ਦੇਖ ਛੋੜ ਪਈ ਹੈ ਤੇ ਮੇਰੇ ਡਾਇਲੌਗ ਬੋਲ ਰਹੀ ਹੈ। ਮਤਲਬ ਉਹਨਾਂ ਨੇ ਥੀਏਟਰ ਨੂੰ ਜੀਣਾ ਸਿਖਾਇਆ ਸੀ। ਬਹੁਤ ਵੱਡੀ ਗੁਰੂ ਸੀ ਉਹ, ਬਹੁਤ ਵੱਡੇ ਗੁਰੂ ਸੀਗੇ ਉਹ। ਤੇ ਉਹਨਾਂ ਨੇ ਮਤਲਬ ਹਰ ਇੱਕ ਦਿਆਂ ਨੂੰ, ਫਿਰ ਉਹਨੇ ਮਿਊਜ਼ਿਕ ਦੀ ਬਹੁਤ ਉਹਨਾਂ ਨੇ ਸਾਥ ਦਿੱਤੀ ਹੈਗੀ ਹੈ, ਕਿਉਂਕਿ ਇੱਥੇ ਦੇ ਵਿੱਚ ਸਾਰੇ ਮਿਸ਼ਨ ਹੁੰਦੇ ਸੀਗੇ, ਤਬਲਾ, ਹਾਰਮੋਨੀਅਮ, ਹੋਰ ਵੀ ਤੇ ਬਹੁਤ ਜ਼ਿਆਦਾ ਹੁੰਦੇ ਸੀਗੇ। ਤੇ ਉਹ ਸਾਨੂੰ ਸਾਰਾ ਉਹਨਾਂ ਨੇ ਥੀਏਟਰ ਦਾ ਮਤਲਬ ਇਹ ਸਭ ਇੱਕ ਜਿੰਦੀ ਜਾਨ ਕੇ ਦਿਖਾਇਆ ਹੈਗਾ।
ਬਿਲਕੁਲ ਹੈ ਬੜੀ ਖੂਬਸੂਰਤ ਗੱਲ ਦੱਸੀ ਤੁਸੀਂ ਸਾਰੀ ਸ਼ੀਲਾ ਭਾਟੀਆ ਹੋਰਾਂ ਬਾਰੇ ਕਿ ਕਿੱਦਾਂ ਉਹ ਤਿਆਰੀ ਕਰਾਉਂਦੇ ਸੀ ਤੁਹਾਡੇ ਨਾਲ ਔਰ ਤਾਂ ਮੈਂ ਸਮਝਦਾ ਕਿ ਤੁਹਾਡੇ ਕੋਲ ਬੜਾ ਗ੍ਰੇਟ ਐਕਸਪੀਰੀਅੰਸ ਹੈ ਕਿ ਤੁਸੀਂ ਪਹਿਲਾਂ ਗੁਰਸ਼ਰਨ ਭਾਜੀ ਦੇ ਨਾਲ ਕੰਮ ਕੀਤਾ ਨੰਗਲ ਤੋਂ ਯਾਨੀ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਭਾਜੀ ਦੇ ਸਭ ਤੋਂ ਪਹਿਲੇ ਜਿਹੜੇ ਐਕਟਰ ਸੀ ਤੁਸੀਂ ਉਹਨਾਂ ਦੇ ਵਿੱਚੋਂ ਹੋ ਕਿ 1958 ਵਾਲੇ ਜਿਹੜੇ ਬੈਚ ਸੀ ਸਭ ਤੋਂ ਪਹਿਲਾ ਤਾਂ ਸਭ ਤੋਂ ਪਹਿਲੀ ਕੁੜੀ ਜਿਹਨੇ ਕੰਮ ਕੀਤਾ ਭਾਜੀ ਨਾਲ ਉਹ ਤੁਸੀਂ ਹੋ ਇਹ ਬਹੁਤ ਵੈਸੇ ਮਾਣ ਵਾਲੀ ਗੱਲ ਹੈ ਤੁਹਾਡੇ ਲਈ ਵੀ ਔਰ ਤੁਹਾਡੇ ਨਾਲ ਗੱਲਾਂ ਕਰਦਿਆਂ ਹੋਇਆ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਉਸ ਕੁੜੀ ਨਾਲ ਗੱਲਾਂ ਕਰ ਰਹੇ ਹਾਂ ਜਿਹੜੀ ਗੁਰਸ਼ਰਨ ਭਾਜੀ ਦੀ ਸਭ ਤੋਂ ਪਹਿਲੀ ਹੀਰੋਇਨ ਹੈ ਨਾ ਪਹਿਲੀ ਕੁੜੀ ਨੇ ਜਿਹਨੇ ਕੰਮ ਕੀਤਾ ਭਾਜੀ ਦੇ ਨਾਲ ਤੇ ਉਹ ਬਿੰਦਰ ਗੁਜਰਾਲ ਸੀ ਔਰ ਉਹਨਾਂ ਨੇ ਫਿਰ ਬਾਅਦ ਵਿੱਚ ਕਈ ਨਾਟਕ ਕੀਤੇ ਭੈਣ ਜੀ ਤੁਸੀਂ ਦਿੱਲੀ ਵਿੱਚ ਰਹਿੰਦਿਆਂ ਹੋਇਆ ਕੋਈ ਹੋਰ ਵੀ ਕਿਸੇ ਗਰੁੱਪ ਦੇ ਨਾਲ ਕੋਈ ਨਾਟਕ ਕੀਤੇ ਆ ਕੋਈ ਪੰਜਾਬੀ ਦੇ ਜਾਂ ਹਿੰਦੀ ਦੇ ਕੋਈ ਕੇਵਲ ਮੈਂ ਜਦੋਂ ਸਾਡੇ ਰੀਆ ਥੀਏਟਰ ਦੇ ਸ਼ੀਲਾ ਜੀ ਦੀਆਂ 2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ ਸੀ ਤੇ ਮੈਂ ਕੁਝ ਗਰੁੱਪਸ ਦੇ ਨਾਲ ਕੰਮ ਕੀਤਾ ਹੈਗਾ ਏ ਔਰ ਲਖਨਊ ਜਾ ਕੇ ਬੀਤੇ ਹੈਗੇ ਨੇ ਉੱਥੇ ਵੀ ਮੈਨੂੰ ਬੜੀ ਐਪਰੀਸੀਏਸ਼ਨ ਮਿਲੀ ਸੀ ਅਖਬਾਰ ਦੇ ਵਿੱਚ ਮੇਰੀ ਫੋਟੋ ਛਪੀ ਔਰ ਸਭ ਨੇ ਬੜੀ ਤਾਰੀਫ ਕੀਤੀ ਸੀਗੀ ਕਿ ਮੈਂ ਠਕਰਾਈਂ ਦਾ ਰੋਲ ਕੀਤਾ ਸੀਗਾ ਮੇਰੇ ਕੋਲ ਕਤਰਨ ਦੀ ਵੀ ਕਾਫੀ ਪਈਆਂ ਨੇ ਕਿੱਥੇ ਨੇ ਮੈਂ ਦਿਖਾ ਨਹੀਂ ਸਕਦੀ ਤੇ ਮੈਂ ਤੇ ਗੁਣਵੀਰ ਜੀ ਦੀਆਂ ਵੀ ਮੇਰੇ ਕੋਲ ਪਈਆਂ ਹੈਗੀਆਂ ਨੇ ਤੇ ਮਤਲਬ ਲੇਕਿਨ ਕੰਮ ਬਹੁਤ ਸਾਰਿਆਂ ਦੇ ਨਾਲ ਕੀਤਾ ਹੈਗਾ ਪੰਜਾਬੀ ਅਕੈਡਮੀ ਦੇ ਵਿੱਚ ਵੀ ਮੈਂ ਕੀਤਾ ਹੈ ਕੰਮ ਉਹਨਾਂ ਦੇ ਥੀਏਟਰ ਵੀ ਕੀਤਾ ਹੈਗਾ ਔਰ ਕਈ ਉਹਨਾਂ ਦੀ ਜੱਜਮੈਂਟ ਵਿੱਚ ਵੀ ਮੈਂ ਐਸ ਜੱਜ ਵੀ ਮੈਂ ਗਈ ਹੈਗਾ ਤੇ ਬਹੁਤ ਅੱਛਾ ਐਕਸਪੀਰੀਅੰਸ ਹੈਗਾ ਹੈ ਤੇ ਮੈਨੂੰ ਸਿਰਫ ਥੋੜੀ ਕਿ ਜਿੰਨੀ ਹੈ ਮੈਂ ਜ਼ਿਆਦਾ ਐਕਟਿਵ ਨਹੀਂ ਰਹਿ ਪਾਈ ਉਹ ਸਿਰਫ ਕਨਵਿੰਸ ਕਰਕੇ ਕਿ ਮੇਰੇ ਕੋਲ ਗੱਡੀ ਵੱਡੀ ਤੇ ਹੈ ਨਹੀਂ ਸੀਗੀ ਮੈਂ ਬਹੁਤ ਚੁਫੁਰਤ ਨਹੀਂ ਹੈਗੀ ਭੱਜੀ ਫਿਰਾਂ I am not out person ਮੈਂ ਘਰੋਂ ਨਿਕਲ ਕੇ ਰਾਜੀ ਨਹੀਂ ਹੈ ਵੈਸੇ ਬਿਲਕੁਲ ਨਹੀਂ ਮੈਨੂੰ ਹੁਣ ਲੋਕੀ ਕਹਿੰਦੇ ਨੇ ਇਹਨੂੰ ਕੀ ਫਰਕ ਪਿਆ ਲੋਕ ਹੁੰਦਾ ਮੈਂ ਕਿਹਾ ਵਾਕਿਆ ਕੋਈ ਪਿਆ ਕਿਉਂਕਿ ਮੈਂ ਪਹਿਲੇ ਜਾਣਦੀ ਸੀ ਨਾ ਜਾਣਦੀ ਆ ਸੋ ਮਤਲਬ ਮੈਂ ਬਾਹਰ ਨਹੀਂ ਨਿਕਲਦੀ ਇਸ ਕਰਕੇ ਹੁਣ ਮੈਂ ਐਕਟਰ ਕੋਲੋਂ ਬਹੁਤ ਦੂਰ ਹੋਈ ਹਾਂ ਹਾਂ ਮੈਂ ਐਨਏ ਦੇ ਨਾਲ ਕੰਮ ਕੀਤਾ ਹੈ ਐਨਐਸਟੀ ਦੇ ਵਿੱਚ ਮੈਂ ਕੰਮ ਕੀਤਾ ਹੈ ਨਾ ਮੈਂ ਤੇ ਸਾਲ ਮੈਂ ਐਨਐਸਟੀ ਦੇ ਵਿੱਚ ਕੀਤਾ ਹੈਗਾ ਜੀ ਅੱਛਾ ਉਹਨਾਂ ਦੀਆਂ ਪਰਫਾਰਮੈਂਸ ਕੀਤੀਆਂ ਹੈਗੀਆਂ ਨੇ ਮੈਂ ਜੀ ਭੈਣ ਜੀ ਸਾਡੇ ਨਾਲ ਗੁਰਦੀਪ ਸੇਰਾ ਵੀ ਦਿੱਲੀ ਤੋਂ ਜੁੜੇ ਹੋਏ ਆ ਤੁਹਾਨੂੰ ਸੁਣਦੇ ਪਏ ਆ ਔਰ ਹੋਰ ਬਹੁਤ ਸਾਰੇ ਅਮਰੀਕਾ ਤੋਂ ਕੁਮਾਰ ਪਵਨਦੀਪ ਹੈ ਉਹ ਨੌਜਵਾਨ ਐਕਟਰ ਹੈ ਉੱਥੇ ਕੰਮ ਕਰਦਾ ਹੈ ਉਹ ਸੁਣ ਰਿਹਾ ਤੁਹਾਨੂੰ ਜਗਜੀਤ ਸਰੀਨ ਹੋਰੀ ਚੰਡੀਗੜ੍ਹ ਤੋਂ ਸੁਣਦੇ ਪਏ ਆ ਕ੍ਰਿਸ਼ਨ ਦਵੇਸਰ ਹੈ ਅੰਮ੍ਰਿਤਸਰ ਤੋਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਪੁਰਾਣੇ ਕਲਾਕਾਰ ਉਹ ਵੀ ਤੁਹਾਨੂੰ ਸੁਣਦੇ ਪਏ ਆ ਹੋਰ ਬਹੁਤ ਸਾਰੇ ਲੋਕ ਸੁਣਦੇ ਪਏ ਆ ਗੁਰਦੀਪ ਸੇਰਾ ਨੇ ਵੀ ਤੁਹਾਡੇ ਨਾਲ ਕੰਮ ਕੀਤਾ ਹੈ ਮੈਂ ਗੁਰਦੀਪ ਸੇਰਾ ਜੀ ਤੁਸੀਂ ਜ਼ਰਾ ਆਪਣੀ ਆਡੀਓ ਔਨ ਕਰਕੇ ਭੈਣ ਜੀ ਬਾਰੇ ਇਹਨਾਂ ਦੀ ਅਦਾਕਾਰੀ ਬਾਰੇ ਕੋਈ ਗੱਲ ਕਰਨੀ ਚਾਹੋਗੇ ਤੁਸੀਂ ਹਾਂਜੀ ਬਿਲਕੁਲ ਸ਼ਾਇਦ ਮਹਿੰਦਰ ਜੀ ਨੂੰ ਯਾਦ ਨਹੀਂ ਹੈਗਾ ਸੀ ਇਸ ਕਰਕੇ ਉਹਨਾਂ ਨੇ ਜ਼ਿਕਰ ਵੀ ਨਹੀਂ ਕੀਤਾ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਕਿਉਂਕਿ ਇਹਨਾਂ ਦਾ ਮਤਲਬ ਜੋ ਅਦਾਕਾਰੀ ਦਾ ਤਰੀਕਾ ਹੈਗਾ ਉਹ ਬਿਲਕੁਲ ਹੀ ਨੈਚੁਰਲ ਮਤਲਬ ਉਹ ਸਟੇਜ ਤੇ ਵੀ ਨਾ ਜਿਵੇਂ ਅੰਦਰੂਨੀ ਬੰਦੇ ਦੇ ਜਜ਼ਬਾਤ ਨੇ ਉਸ ਤਰ੍ਹਾਂ ਇਹ ਮਤਲਬ ਉਹਨੂੰ ਪੇਸ਼ ਕਰਦੇ ਹੈਗੇ ਆ ਤੇ ਉਹ ਚੀਜ਼ ਨੂੰ ਵੇਖਦੇ ਹੋਏ ਅੱਜ ਤੋਂ ਸਾਲਾਂ ਪਹਿਲੇ ਦੀ ਗੱਲ ਹੈਗੀ ਮੇਰਾ ਖਿਆਲ 1997-98 ਦੀ ਗੱਲ ਹੈ ਉਦੋਂ ਇੱਕ ਨਾਟਕ ਕੀਤਾ ਸੀ ਸਾਗਰ ਸਰਹੱਦੀ ਸਾਹਿਬ ਦਾ ਭਗਤ ਸਿੰਘ ਜੀ ਦੇ ਉੱਤੇ ਸੀਗਾ ਮੈਂ ਵਾਪਿਸ ਆਵਾਂਗਾ ਹਾਂਜੀ ਭਗਤ ਸਿੰਘ ਦੀ ਵਾਪਸੀ ਤੇ ਉਹਦੇ ਵਿੱਚ ਇੱਕ ਬਹੁਤ ਬਿਹਤਰੀਨ ਰੋਲ ਸੀ ਭਗਤ ਸਿੰਘ ਜੀ ਦੀ ਮਾਤਾ ਦਾ ਕਿਉਂਕਿ ਮੈਂ ਖੁਦ ਮਤਲਬ ਉਸ ਤਰ੍ਹਾਂ ਦਾ ਮੈਂ ਚਾਹੁੰਦਾ ਵਾਂ ਕਿ ਜਜ਼ਬਾਤੀ ਤੌਰ ਤੇ ਹੀ ਉਹਨੂੰ ਕੀਤਾ ਜਾਵੇ ਉਹਨੂੰ ਐਕਟ ਨਾ ਕੀਤਾ ਜਾਵੇ ਕੁਝ ਨਾਟਕ ਇਸ ਤਰ੍ਹਾਂ ਦੇ ਹੁੰਦੇ ਜਿਹਦੇ ਵਿੱਚ ਐਕਟਿੰਗ ਨਹੀਂ ਕੀਤੀ ਜਾਵੇ ਜਜ਼ਬਾਤ ਹੀ ਆਮ ਉਠਾਉਣੇ ਤੇ ਮੇਰੇ ਸਾਹਮਣੇ ਇੱਕੋ ਹੀ ਨਾਮ ਸੀਗਾ ਮਹਿੰਦਰ ਗੁਜਰਾਲ ਜੀ ਕਿਉਂਕਿ ਮਹਿੰਦਰ ਜੀ ਨਾਲ ਮੈਂ ਕੰਮ ਕਰ ਚੁੱਕਾ ਸੀ ਪਹਿਲੇ ਵੀ ਜਿਹੜਾ ਕਿ ਦਾਸਤਾਨੇ ਪੰਜਾਬ ਤੁਸੀਂ ਵੀ ਕੀਤਾ ਮੈਂ ਵੀ ਕੀਤਾ ਤੇ ਉੱਥੋਂ ਇਹਨਾਂ ਦੀ ਅਦਾਕਾਰੀ ਦੇਖ ਚੁੱਕੇ ਤਾਂ ਉਹ ਇੰਨਾ ਮਤਲਬ ਛੋਟਾ ਰੋਲ ਸੀ ਲੇਕਿਨ ਉਹਨਾਂ ਨੇ ਇੰਨਾ ਵਧੀਆ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਜੋ ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਸੀਗੀਆਂ ਉਹ ਤੇ ਲਾਜਵਾਬ ਮਤਲਬ ਦਰਸ਼ਕ
ਅੱਜ ਵੀ ਯਾਦ ਕਰਦੇ, ਮੈਨੂੰ ਬਹੁਤ ਲੋਕ ਅੱਜ ਵੀ ਕਹਿੰਦੇ ਨੇ। ਤੇ ਉਸ ਤੋਂ ਬਾਅਦ ਸੇਮ ਇਸੇ ਤਰ੍ਹਾਂ ਦਾ, ਮੈਂ ਹੁਣੇ ਪਿੱਛੇ ਇੱਕ ਪ੍ਰੋਡਕਸ਼ਨ ਮੇਰੀ ਚੱਲ ਰਹੀ ਹੈ, ਮੈਂ ਕਈ ਸ਼ੋਅ ਕਰ ਚੁੱਕਾ ਹਾਂ ਉਹਦੇ, ਵਿਜੇ ਸਿੰਘ, ਭਾਈ ਵੀਰ ਸਿੰਘ ਹੋਰਾਂ ਦਾ ਨਾਵਲ ਹੈਗਾ ਵਿਜੇ ਸਿੰਘ, ਉਹਦੇ ਉੱਤੇ ਉਹਨੂੰ ਅਡੈਪਟਡ ਕਰਕੇ ਮੈਂ ਇੱਕ ਨਾਟਕ ਲਿਖਿਆ ਸੀ ਵਿਜੇ ਸਿੰਘ। ਉਹਦੇ ਵਿੱਚ ਵਿਜੇ ਸਿੰਘ ਦੀ ਮਦਰ ਦਾ ਰੋਲ ਹੈਗਾ, ਜਿਹੜਾ ਮੇਨ ਦੀਵਾਨੜੀ ਦਾ ਰੋਲ, ਤੇ ਉਹ ਇਹਨਾਂ ਨੇ ਕੀਤਾ ਸੀਗਾ। ਹਾਲਾਂਕਿ ਉਹਦੇ ਕਈ ਸ਼ੋਅ ਮੈਂ ਕਰ ਚੁੱਕਾ ਤੇ ਦੂਸਰਿਆਂ ਨੇ ਵੀ ਕੀਤੇ ਹੈਗੇ ਨੇ, ਲੇਕਿਨ ਜੋ ਮਦਰ ਦਾ ਕੈਰੈਕਟਰ ਮਤਲਬ ਇਹਨਾਂ ਨੇ ਕੱਢਿਆ, ਉਹ ਬੱਚੇ ਦੇ ਨਾਲ ਵਿਛੋੜਾ, ਫਿਰ ਮੇਲ, ਫਿਰ ਉਹਦੇ ਵਾਸਤੇ ਦਰਦ, ਉਹਦੇ ਵਾਸਤੇ ਫਿਕਰ, ਜੋ ਚੀਜ਼ਾਂ ਮਤਲਬ ਇਹਨਾਂ ਨੇ ਕੱਢੀਆਂ ਹੈਗੀਆਂ ਨਾ, ਲਾਜਵਾਬ ਨੇ। ਮੈਨੂੰ ਕੋਈ ਵੀ ਕਹਿੰਦਾ ਨਾ ਕਿ ਤੁਹਾਡੀ ਉਹ ਪ੍ਰੋਡਕਸ਼ਨ ਦਾ ਕੋਈ ਸੀਨ ਭੇਜੋ, ਤੇ ਮੈਂ ਇਹਨਾਂ ਦਾ ਹੀ ਸੀਨ ਭੇਜਦਾ, ਕਿਉਂਕਿ ਉਹ ਜਜ਼ਬਾਤ ਜਿਹੜੇ ਖੁੱਲ ਕੇ ਸਾਹਮਣੇ ਆਏ ਨਾ, ਉਹ ਕਿਸੇ ਹੋਰ ਆਰਟਿਸਟ ਚ ਨਹੀਂ ਮਿਲਦਾ। ਬਿਲਕੁਲ ਬਿਲਕੁਲ। ਹਾਂ, ਮੈਂ ਤੇ ਆਪ, ਕਿਉਂਕਿ ਭੈਣ ਜੀ ਦੇ ਨਾਲ ਉਦੋਂ ਦਾਸਤਾਨੇ ਪੰਜਾਬ 'ਚ ਜਦੋਂ ਕੰਮ ਕਰ ਰਹੇ ਸੀ, ਭੈਣ ਜੀ ਉਹ ਕਮਾਲ ਦਾ ਸੀਨ ਸੀ ਜਦੋਂ ਵਿਆਹ ਦੇ ਵਿੱਚ ਖਬਰ ਮਿਲਦੀ ਹੈ ਉਹਦੇ ਹਸਬੈਂਡ ਦੀ ਡੈਥ ਦੀ, ਤੇ ਉਹ ਕਹਿੰਦੀ ਉਹ ਹੱਥ ਟੁੱਟ ਜਾਣ ਜਿਨ੍ਹਾਂ ਨੇ ਮੇਰੇ ਪਤੀ ਨੂੰ ਮਾਰਿਆ, ਤਾਂ ਬੇਟਾ ਹੀ ਕਾਤਲ ਹੈ ਉਹ ਅੱਤਵਾਦ ਦੇ ਸਮੇਂ। ਬਹੁਤ ਸੋਹਣਾ ਸੀਨ ਸੀ ਉਹ ਜਿਹੜਾ ਕੀਤਾ ਸੀ ਤੁਸੀਂ, ਉਹ ਮੈਨੂੰ ਕਦੇ ਨਹੀਂ ਭੁੱਲਦਾ। ਵਿਜ਼ੂਅਲੀ ਵੀ ਸਾਰੇ ਜਿਹੜਾ ਸੀ ਤੁਸੀਂ ਉਹ ਕਮਾਲ ਕੀਤੀ ਸੀ ਉਹ ਸੀਨ ਦੀ। ਭੈਣ ਜੀ ਹੁਣ ਕਦੀ ਦਿਲ ਕਰਦਾ ਕਿ ਮੈਂ ਕੋਈ, ਤੁਹਾਡੀ ਰੀਝ ਹੈ ਕਿ ਮੈਂ ਕੋਈ ਏਦਾਂ ਦਾ ਰੋਲ ਕਰਾਂ ਜਿਹੜਾ ਅਜੇ ਤੱਕ ਨਹੀਂ ਕੀਤਾ? ਕੁਝ ਏਦਾਂ ਦਾ ਹੈਗਾ ਮਨ ਵਿੱਚ ਵੀ ਮੈਂ ਸਟੇਜ ਤੇ ਕੋਈ ਏਦਾਂ ਦੀ ਪਰਫਾਰਮੈਂਸ ਕਰਾਂ? ਬਿਲ ਕੇਵਲ ਤਾਂ ਮੈਂ ਗੁਰਦੀਪ ਕੋ ਮਾਫੀ ਮੰਗਣਾ ਚਾਹਿਆ, ਕਿਉਂਕਿ ਮੇਰੀ ਬੜੀ ਸ਼ਾਰਟ ਮੇਰੀ ਹੈਗੀ, ਔਰ ਮੈਂ ਕਿਉਂਕਿ ਤੁਹਾਡੇ ਨਾਲ ਰੂਬਰੂ ਗੱਲ ਨਹੀਂ ਹੋ ਰਹੀ, ਤੇ ਮੈਂ ਆਪਣੇ ਦਿਮਾਗ ਦੇ ਵਿੱਚ ਜੋ ਕਰ ਰਿਹਾ, ਜਿੰਨਾ ਕਿ ਮੈਨੂੰ ਸਮਝ ਰਿਹਾ ਮੈਂ ਕਰਦੀ ਰਹੀ। ਗੁਰਦੀਪ ਨਾਲ ਤੇ ਬਹੁਤ ਬਹੁਤ ਕਮ ਸੇ ਕਮ 30-35 ਸਾਲਾਂ ਦੀ ਸਾਂਝ ਹੈਗੀ ਹੈ, ਤੇ ਇਸ ਕਰਕੇ ਇਹ ਤਾਂ ਮੇਰਾ ਫੈਮਿਲੀ ਮੈਂਬਰ ਹੈਗਾ ਜੀ, ਸਿਰਫ ਥੀਏਟਰ ਦਾ ਮੈਂਬਰ ਨਹੀਂ ਹੈ, ਇਹ ਤੇ ਮੇਰੀ ਫੈਮਿਲੀ ਦਾ ਮੈਂਬਰ ਹੈਗਾ ਜੀ। ਖੈਰ, ਬਾਕੀ ਗੱਲ ਅੱਜ ਵੀ ਇਹਦੇ ਵਿੱਚ ਬਿਲਕੁਲ ਸ਼ੱਕ ਨਹੀਂ ਹੈ, ਮੈਂ ਸੱਚੀ ਕਹਿਨੀ ਹਾਂ, ਮੇਰੇ ਅੰਦਰ ਪਤਾ ਨਹੀਂ ਕੁਛ ਹੈ ਜਿਹੜਾ ਮੈਨੂੰ ਲੱਗਦਾ ਹਾਲੀ ਵੀ ਮੇਰੇ ਅੰਦਰੋਂ ਨਿਕਲ ਨਹੀਂ ਹੈਗਾ। ਮੈਂ ਕਿਹੋ ਜਿਹਾ ਰੋਲ ਮਿਲੇ, ਮੈਂ ਕੁਝ ਕਰਨਾ ਚਾਹਨਾ, ਮੈਂ ਹਾਲੇ ਵੀ ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ ਕਿ ਕੋਲੋਂ ਐਕਟਿੰਗ ਹੋ ਹੀ ਨਹੀਂ ਹੈ, ਮੇਰੇ ਕੋਲ ਕੋਈ ਕੁਝ ਕਰੋਏ। ਮੇਰਾ ਬਹੁਤ ਕਰਦਾ, ਮੈਂ ਤੁਹਾਨੂੰ ਵਿਚਾਰ ਦੇ ਵਿੱਚ ਵੀ ਨਹੀਂ ਦੱਸ ਸਕਦੀ ਕਿ ਵੀ ਕਿਹੋ ਜਿਹਾ ਰੋਲ ਕਰਨਾ ਚਾਹੀਏ, ਮਤਲਬ ਲੇਕਿਨ ਬਹੁਤ ਸੈਂਸਿਟਿਵ ਐਂਡ ਸੱਚਾ ਸੁੱਚਾ ਜਿਹਾ ਰੋਲ, ਇੱਕ ਮਾਂ ਦਾ, ਇੱਕ ਦਾਦੀ ਦਾ, ਨਾਨੀ ਦਾ, ਕਿਸੇ ਵੀ ਹੋਵੇ, ਲੇਕਿਨ ਜਿਹਦੇ ਵਿੱਚ ਜਾਨ ਹੋਵੇ, ਸਿਰਫ ਬੋਲ ਨਾ ਹੋਣ, ਮੇਰੀਆਂ ਆਪਣਾ ਆਂਦਰਾਂ ਜਿਵੇਂ ਉਹਨਾਂ ਲਫ਼ਜ਼ਾਂ ਵਿੱਚ ਆ ਜਾਣ। ਮੇਰਾ ਇਹੋ ਜਿਹਾ ਕਰਦਾ ਹੈਗਾ ਏ ਕਿ ਮੈਂ ਬਸ ਉਹਨਾਂ ਦੇ ਹੋ ਜਾਵਾਂ, ਉਹਨਾਂ ਲਫ਼ਜ਼ਾਂ ਦੇ ਵਿੱਚ ਕੋਈ ਮੈਨੂੰ ਇਹ ਲਫ਼ਜ਼ ਲਿਖ ਕੇ ਦੇਵੇ। ਥੋੜੇ ਕੀਤੇ ਨਾ ਲੋਕ ਡਾਇਲੌਗਸ ਦੇ ਨਾਲ ਤਸੱਲੀ ਨਹੀਂ ਦੀ, ਮੈਂ ਸੱਚੀ ਦੱਸਾਂ, ਮੈਂ ਬੜੀ ਵਾਰੀ ਅਪਣਾਵਾਂ ਤੇ ਮੈਂ ਕਈ ਵਾਰੀ ਆਪਣੇ ਡਾਇਲੌਗ ਪੁੱਛ ਕੇ ਉਹਨੂੰ ਇਜਾਜ਼ਤ ਲੈ ਕੇ ਚੇਂਜ ਕਰਦਾ ਪੰਜਾਬੀ ਦੇ ਵਿੱਚ, ਖਾਸ ਕਰਕੇ ਕਿਉਂਕਿ ਪੰਜਾਬੀ ਦੇ ਵਿੱਚ ਡਾਇਲੌਗ ਮੈਂ ਬੜੀ ਵਾਰੀ ਕਮਜ਼ੋਰ ਵੀ ਨਹੀਂ ਆ, ਤੇ ਦਿਲ ਕਰਦਾ ਕਿ ਵੀ ਯਾਰ ਕੁਝ ਜਾਨ ਹੋ ਡਾਇਲੌਗਸ ਦੇ ਵਿੱਚ। ਤੇ ਸੋ ਦੇਖੋ, ਤੁਸੀਂ ਮੌਕਾ ਦਿਓ, ਗੁਰਦੀਪ ਮੌਕਾ ਦੇ, ਰੱਬ ਕੋਈ ਮੌਕਾ ਦੇ ਮੈਨੂੰ, ਮੇਰਾ ਬਹੁਤ ਦਿਲ ਕਰੇ ਕਿ ਕੋਈ ਬਹੁਤ ਅੱਛਾ ਜਿਹਾ ਰੋਲ। ਕੇਵਲ ਜੀ ਮੈਂ ਨਾ ਇੱਕ ਫੀਚਰ ਫਿਲਮ ਲਿਖੀ ਹੋਈ ਹੈ, ਉਹਦੇ ਵਿੱਚ ਇੱਕ ਦਾਦੀ ਦਾ ਕੈਰੈਕਟਰ ਲਿਖਿਆ ਹੋਇਆ ਹੈ। ਮੇਰੀ ਖੈਰ ਮੈਂ ਜ਼ਿਆਦਾ ਇਹਨਾਂ ਨਾਲ ਗੱਲ ਨਹੀਂ ਕਰਦਾ ਕਿਉਂਕਿ ਫਿਰ ਭੁੱਖ ਜਾਗ ਪੈਂਦੀ ਹੈ, ਤੇ ਉਹ ਕੈਰੈਕਟਰ ਮਤਲਬ ਐਸਾ ਹੈਗਾ ਕਿ ਮੈਨੂੰ ਲੱਗਦਾ ਕਿ ਜਦੋਂ ਮਰਜ਼ੀ ਕਰਨਗੇ ਨਾ ਤੇ ਇਹਨਾਂ ਦੀ ਭੁੱਖ ਜ਼ਰੂਰ ਮਿਟੇਗੀ। ਕੀ ਬਾਤ ਹੈ, ਬਹੁਤ ਰੱਬ ਕਰੇ ਉਹ ਇਸ ਤਰ੍ਹਾਂ ਦਾ ਆਵੇ ਮੌਸਮ ਵੀ, ਐਸਾ ਮੌਕਾ ਆਵੇ। ਬਿਲਕੁਲ ਬਿਲਕੁਲ ਬਿਲਕੁਲ। ਭੈਣ ਜੀ ਹੁਣ ਸਾਡੇ ਕੋਲ ਨਾ ਟਾਈਮ ਬਸ ਬਹੁਤ ਥੋੜਾ, ਕਿਉਂਕਿ ਆਪਾਂ ਥੋੜਾ ਲੇਟ ਹੋ ਗਏ ਸ਼ੁਰੂ ਕਰਦੇ ਹੋਏ, ਤੇ 5 ਵਜੇ ਅਸੀਂ ਕਿਸੇ ਹੋਰ ਨਾਲ, ਸਾਡੇ ਨਾਲ ਹਰਜੀਤ ਸਿੰਘ ਗੁਰੀ ਜਿਹੜੇ ਦੂਰਦਰਸ਼ਨ ਵਾਲੇ ਆ, ਉਹ ਸਾਡੇ ਨਾਲ 5 ਵਜੇ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਹੈ। ਮੈਂ ਚਾਹਾਂਗਾ ਜਾਂਦੇ ਜਾਂਦੇ, ਤੁਸੀਂ ਇੰਨਾ ਸੋਹਣਾ ਤੁਹਾਡੀ ਆਵਾਜ਼ ਹੈ, ਇੰਨਾ ਸੋਹਣਾ ਤੁਸੀਂ ਗਾਉਂਦੇ ਹੋ, ਤੁਸੀਂ ਜੋਗਿੰਦਰ ਬਾਹਰਲੇ ਦੇ ਨਾਟਕਾਂ 'ਚ ਗਾਇਆ, ਤੁਸੀਂ ਭਾਜੀ ਦੇ ਨਾਟਕਾਂ ਵਿੱਚ, ਸ਼ੀਲਾ ਭਾਟੀਆ ਦੇ ਨਾਟਕਾਂ ਵਿੱਚ, ਤੁਹਾਡਾ ਇੰਨਾ ਸਟਰੋਂਗ, ਤੁਸੀਂ ਸੀਰੀਅਲ ਔਰ ਫਿਲਮਾਂ, ਅਨੁਰਾਗ ਕਸ਼ਯਪ ਦੀ ਫਿਲਮ ਕਰ ਰਹੇ ਹੋ, ਕਿੱਡੀ ਵੱਡੀ ਗੱਲ ਹੈ। ਤੇ ਤੁਸੀਂ ਹੁਣ ਮੈਂ ਚਾਹਾਂਗਾ ਕੁਝ ਇੱਕ ਮਿੰਟ ਦਾ ਕੋਈ ਸਾਨੂੰ ਕੁਝ ਸੁਣਾ ਦਿਓ ਤੁਸੀਂ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਕੋਈ ਗੀਤ।
ਕੇਵਲ ਗੁਰਨਵੀਰ ਜੀ ਨੂੰ ਨਾ ਉਹ ਇੱਕ ਗੀਤ ਦਾ ਪਸੰਦ ਸੀਗਾ, ਵੇ ਮੁੜਿਆ ਅੰਮਾ ਤੋਂ। ਹਾਂ ਯਾਦ ਹੈ ਤੁਹਾਨੂੰ? ਜੀ ਬਿਲਕੁਲ ਬਿਲਕੁਲ। ਗੁਰਸ਼ਰਨ ਜੀ ਨੂੰ ਬੜਾ ਪਸੰਦ ਸੀਗਾ ਉਹ ਗਾਣਾ, ਵੇ ਮੁੜਿਆ ਲਾ ਤੋਂ ਸਾਨੂੰ ਘਰੇ ਬੜਾ ਰੁਜ਼ਗਾਰ। ਮੈਂ ਉਹਦੀਆਂ ਦੋ ਨਾ ਸੁਣਾਨੀ ਆ, ਸੁਣਾਓ। ਠੀਕ ਹੈ? ਵੇ ਮੁੜਿਆ ਲਾਮਾ ਤੋਂ, ਮੁੜਿਆ ਲਾਮਾ ਤੋਂ ਸਾਨੂੰ ਕਰੇ ਬੜਾ ਰੁਜ਼ਗਾਰ, ਕਣਕਾਂ ਨਿਸਰ ਪਈਆਂ, ਵੇ ਕਣਕਾਂ ਨਿਸਰ ਪਈਆਂ, ਤੂੰ ਆ ਕੇ ਛਾਤੀ ਮਾਰ ਮੁੜਿਆ ਨਾ ਤੋਂ। ਕੱਲ ਵੀ ਆਹੀ ਅੱਜ ਵੀ ਯੋਗਣ ਦੁਨੀਆ ਮੈਨੂੰ ਕਹਿੰਦੀ, ਸਾਲੂ ਮੇਰੇ ਆ ਰੰਗ ਨਹੀਂ ਚੰਮਿਆ, ਸਾਲੂ ਮੇਰੇ ਆ ਰੰਗ ਨਹੀਂ ਚੰਮਿਆ, ਕੀ ਪਈ ਨਾ ਮਹਿੰਦੀ, ਵੇ ਘਰੇ ਅਜੇ ਆਪਣੇ ਨਾ, ਵੇ ਘਰੇ ਅਜੇ ਆਪਣੇ ਆ, ਮੇਰੀ ਦਿਲ ਨੂੰ ਛੱਡ ਕੇ ਕਹਾਰ ਮੁੜਿਆਲਾ ਤੋਂ, ਵੇ ਮੁੜਿਆਲਾ ਤੋਂ। ਸ਼ਰਵੀਰ ਜੀ ਨੂੰ ਇਹ ਬਹੁਤ ਪਸੰਦ ਸੀ। ਪੂਰੇ ਇਹਦੇ 4 ਪੈਰਾਗ੍ਰਾਫ ਹੈਗੇ ਨੇ, 4 ਸਟੈਂਸ ਹੈਗੇ ਨੇ, ਬਹੁਤ ਲੰਬਾ ਹੈਗਾ ਤੇ ਇਸ ਲਈ ਮੈਂ ਤੁਹਾਨੂੰ ਇੱਕੋ ਹੀ ਸਟੈਂਜ਼ਾ ਸੁਣਾਇਆ ਹੈਗਾ ਜੇ। ਤੇ ਉਹਨਾਂ ਨੇ ਮੇਰੇ ਗਾਣਾ ਬਹੁਤ ਗਵਾਇਆ ਸੀ, ਜਦੋਂ ਵੀ 5 ਮਿੰਟ ਵਾਸਤੇ ਖਾਲੀ ਹੁੰਦੀ ਤੇ ਉਹ ਗਾਉਂਦੇ ਸੀਗੇ। ਕੀ ਬਾਤ ਹੈ। ਥੈਂਕ ਯੂ ਕੇਵਲ, ਥੈਂਕ ਯੂ ਗੁਰਦੀਪ, ਥੈਂਕ ਯੂ ਵੈਰੀ ਮਚ ਸਾਰੇ ਭੈਣ ਭਰਾਵਾਂ ਦਾ ਜਿਹਨੇ ਦਰਸ਼ਨ ਦਿੱਤੇ ਹੈਗੇ ਨੇ। ਥੈਂਕ ਯੂ, ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ ਔਰ ਗ੍ਰੇਟ ਐਕਸਪੀਰੀਅੰਸ। ਤੁਹਾਨੂੰ ਦੇਖਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੁਸੀਂ ਸਾਡੇ ਸਾਹਮਣੇ ਬੈਠੇ ਹੋ, ਏਦਾਂ ਲੱਗਦਾ ਮੈਂ ਇਤਿਹਾਸ ਦੇ ਨਾਲ ਗੱਲਾਂ ਕਰਦਾ ਪਿਆ ਵਾਂ। ਤੁਹਾਡਾ ਕੀ ਬਾਤ ਹੈ, ਵਾਹ। ਇਹ ਜਿਹਨੇ 1958 ਚ ਦੇਖੋ 58 ਚ ਭਾਜੀ ਨਾਲ ਪਹਿਲਾ ਨਾਟਕ ਕੀਤਾ, ਭਾਜੀ ਦਾ ਵੀ ਪਹਿਲਾ ਨਾਟਕ ਤੇ ਇਹਨਾਂ ਦਾ ਵੀ ਪਹਿਲਾ ਨਾਟਕ ਦੰਗਲ ਦੇ ਵਿੱਚ, ਔਰ ਕਿੰਨਾ 60-62 ਸਾਲ ਦਾ ਅਦਾਕਾਰੀ ਦਾ ਐਕਸਪੀਰੀਅੰਸ, ਕਮਾਲ ਦੀ ਗੱਲ ਹੈ ਭੈਣ ਜੀ। ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ। ਥੈਂਕ ਯੂ ਭੈਣ ਜੀ, ਰੱਬ ਰਾਖਾ। ਥੈਂਕ ਯੂ, ਥੈਂਕ ਯੂ, ਥੈਂਕ ਯੂ ਡੀਅਰ, ਗॉड ब्लेस यू। ਥੈਂਕ ਯੂ, खुश रहो, खुश रहो। ਜੱਗਾ ਮਹਿੰਦਰ ਜੀ, ਥੈਂਕ ਯੂ ਜੀ।